ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਖਾਸ ਤੌਰ ਤੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਵੱਡੇ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ। ਅੱਜ ਜੋ ਵੱਡੇ ਮਸਲੇ ਨੇ, ਕੱਲ ਦੇ ਵਿਧਾਨ ਸਭਾ ਸੈਸ਼ਨ ਦੇ ਦਰਮਿਆਨ ਜੋ ਕੁਝ ਹੋਇਆ ਹੈ ਤੇ ਸਭ ਤੋਂ ਵੱਡੀ ਗੱਲ ਜੋ ਕੱਲ ਦੇ ਦਿਨ ਦੇ ਵਿੱਚ ਰਹੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪ੍ਰਿੰਸੀਪਲ ਸਲਾਹਕਾਰ ਨਿਯੁਕਤ ਕੀਤਾ ਗਿਆ, ਜਿਸ ਦੀ ਪੋਸਟ ਖੁਦ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪਾ ਕੇ ਇਸ ਦੀ ਸੂਚਨਾ ਦਿੱਤੀ ਗਈ ਹੈ। ਕੀ ਕਾਰਨ ਨੇ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਹੁਣ ਚੋਣਾਂ ਤੋਂ 1 ਸਾਲ ਪਹਿਲਾਂ ਹੀ ਉਤਾਰ ਦਿੱਤਾ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ? ਇਸ ਦਾ ਸਿਆਸਤ ਦੇ ਉੱਤੇ ਕਿੰਨਾ ਕੁ ਵੱਡਾ ਪ੍ਰਭਾਵ ਪਊਗਾ, ਕਿਉਂਕਿ ਵਿਰੋਧੀ ਧਿਰਾਂ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਦਾ ਵਿਧਾਨ ਸਭਾ ਸੈਸ਼ਨ ਕਿਹੜੇ ਹੰਗਾਮਿਆਂ ਦੀ ਭੇਟ ਚੜ੍ਹ ਸਕਦਾ ਹੈ ਤੇ ਕੀ ਕੁਝ ਅੱਜ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਹੋ ਸਕਦਾ ਹੈ, ਕਿਉਂਕਿ ਦੂਜਾ ਦਿਨ ਹੈ ਅੱਜ ਵਿਧਾਨ ਸਭਾ ਸੈਸ਼ਨ ਦਾ, ਤੇ ਉਸ ਤੇ ਵੀ ਗੱਲਬਾਤ ਕਰਾਂਗੇ। ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਕੀ ਅੱਜ ਪਹੁੰਚਣਗੇ, ਕਿਉਂਕਿ ਕੱਲ ਨਵਜੋਤ ਸਿੰਘ ਸਿੱਧੂ ਜ਼ਰੂਰ ਪਹੁੰਚੇ ਨੇ, ਮੀਡੀਆ ਤੋਂ ਵੀ ਦੂਰ ਰਹੇ ਨੇ, ਗੱਲਬਾਤ ਮੀਡੀਆ ਦੇ ਨਾਲ ਨਹੀਂ ਕੀਤੀ, ਪਰ ਜੇਕਰ ਅੱਜ ਪਹੁੰਚਦੇ ਨੇ ਤਾਂ ਵਿਧਾਨ ਸਭਾ ਦੇ ਵਿੱਚ ਕੀ ਉਹਨਾਂ ਦਾ ਭਾਸ਼ਣ ਹੋ ਸਕਦਾ ਹੈ ਤੇ ਕੀ ਗੱਲਾਂ ਉਹ ਕਰ ਸਕਦੇ ਨੇ, ਇਸ ਦੇ ਉੱਤੇ ਵੀ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਰਹੇਗੀ। ਸਭ ਤੋਂ ਪਹਿਲਾਂ ਸੁਰਿੰਦਰ ਡੱਲਾ ਹੋਣਾ ਦਾ ਸਵਾਗਤ, ਫਿਰ ਇੱਕ ਕਰਕੇ ਮਸਲਿਆਂ ਤੇ ਗੱਲਬਾਤ ਕਰਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਦੁਨੀਆ ਭਰ ਦੇ ਪੰਜਾਬੀਆਂ ਦਾ ਧੰਨਵਾਦ, ਤੁਹਾਡਾ ਵੀ ਗਗਨ ਜੀ। ਇਸ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਗੱਲ ਉਸ 100 ਰੁਪਏ ਲੀਟਰ ਦੇ ਦੁੱਧ ਤੇ ਵੀ ਕਰਾਂਗੇ, ਜਿਸ ਨੂੰ ਲੈ ਕੇ ਚਰਚਾਵਾਂ ਬਹੁਤ ਨੇ ਕਿ ਹੁਣ ਆਮ ਲੋਕਾਂ ਨੂੰ ਕਿਸਾਨ ਦੁੱਧ ਮਹਿੰਗਾ ਦੇਣਗੇ। ਕਿੰਨਾ ਲੋਕਾਂ ਨੂੰ ਇਹ ਮਹਿੰਗਾ ਦੁੱਧ ਮਿਲੇਗਾ ਤੇ ਆਮ ਲੋਕਾਂ ਨੂੰ ਨਹੀਂ, ਸਰਕਾਰੀ ਲੋਕਾਂ ਨੂੰ। ਜੀ ਬਿਲਕੁਲ, ਆਮ ਲੋਕਾਂ ਦੇ ਇਸ ਦਾ ਅਸਰ ਕਿਉਂ ਨਹੀਂ ਪਊਗਾ, ਇਸ ਦੀ ਵੀ ਚਰਚਾ ਜ਼ਰੂਰ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ, ਵਿਧਾਨ ਸਭਾ ਸੈਸ਼ਨ ਦੇ ਵੱਲ ਵੀ ਜਾਵਾਂਗੇ ਤੇ ਗੱਲਬਾਤ ਪ੍ਰਸ਼ਾਂਤ ਕਿਸ਼ੋਰ ਤੋਂ ਸ਼ੁਰੂ ਕਰਾਂਗੇ। ਕੀ ਵੇਖ ਰਹੇ ਹੋ ਸਿਆਸਤ ਦੇ ਵਿੱਚ ਹੁਣ ਪ੍ਰਸ਼ਾਂਤ ਕਿਸ਼ੋਰ, ਜਿਹਨੂੰ ਸਿਆਸਤ ਦਾ ਪੀਕੇ ਕਿਹਾ ਜਾਂਦਾ ਹੈ, ਉਹਦੀ ਐਂਟਰੀ ਹੋਈ ਹੈ, ਇਹਨੂੰ ਕਿੱਦਾਂ ਵੇਖ ਰਹੇ ਹੋ ਤੁਸੀਂ? ਸਿਆਸਤ ਦਾ ਪੀਕੇ ਪ੍ਰਸ਼ਾਂਤ ਕਿਸ਼ੋਰ, ਅੰਗਰੇਜ਼ੀ 'ਚ PK ਲਿਖ ਦਿੰਦੇ ਆ, ਔਰ ਇਹਨਾਂ ਨੂੰ ਅਪੁਆਇੰਟਮੈਂਟ ਦਿੱਤੀ ਗਈ ਹੈ ਪ੍ਰਿੰਸੀਪਲ ਚੀਫ ਮਿਨਿਸਟਰ ਪੰਜਾਬ ਦੇ ਮੁੱਖ ਸਲਾਹਕਾਰ ਦੇ ਤੌਰ ਦੇ ਉੱਤੇ। ਸੋ ਪ੍ਰਿੰਸੀਪਲ ਐਡਵਾਈਜ਼ਰ ਦੇ ਤੌਰ 'ਤੇ ਇਹਨਾਂ ਨੂੰ ਨਿਯੁਕਤੀ ਦਿੱਤੀ ਗਈ ਹੈ, ਔਰ ਕੈਬਨਿਟ ਮਿਨਿਸਟਰ ਦਾ ਇਹਨਾਂ ਨੂੰ ਸਟੇਟਸ ਦਿੱਤਾ ਗਿਆ ਹੈ, ਰੈਂਕ ਐਂਡ ਸਟੇਟਸ ਆਫ ਕੈਬਨਿਟ ਮਿਨਿਸਟਰ। ਸੋ ਦੇਖੋ, ਮੰਤਰੀ ਬਣ ਗਏ ਇੱਕ ਤਰੀਕੇ ਨਾਲ ਪ੍ਰਸ਼ਾਂਤ ਕਿਸ਼ੋਰ। ਸੋ ਪੰਜਾਬ 'ਚ ਦੇਖੋ ਕਿੰਨੇ MLA ਵਿਚਾਰੇ ਉਹ MLA ਬਣ ਗਏ, ਉਹ ਨਹੀਂ ਮੰਤਰੀ ਬਣੇ ਜੀ। ਮੰਤਰੀ ਦਾ ਸਟੇਟਸ ਲੈ ਗਏ ਪ੍ਰਸ਼ਾਂਤ ਕਿਸ਼ੋਰ, ਕਿਉਂਕਿ ਕਈ ਵਾਰੀ ਜਿਹੜੇ ਮੁੱਖ ਮੰਤਰੀ ਹੁੰਦੇ ਨੇ ਉਹ ਇਸ ਤਰੀਕੇ ਦੇ ਲੋਕਾਂ ਨੂੰ, ਜਿਹੜੇ ਕੋਈ ਨਾ ਕੋਈ ਵਿਉਂਤਬੰਦੀ ਬਣਾਉਣ ਦੇ ਐਕਸਪਰਟ ਹੁੰਦੇ ਨੇ, ਉਹਨਾਂ ਨੂੰ ਇਸ ਤਰ੍ਹਾਂ ਅਹੁਦਾ ਦੇ ਦਿੰਦੇ ਨੇ। ਹੁਣ ਦੇਖੋ, ਔਨਰੇਰੀਅਮ, ਮਾਣ ਭੱਤਾ, ਟੋਕਨ ਔਨਰੇਰੀਅਮ, ਉਹ ਤਾਂ ਦਿੱਤਾ 1 ਰੁਪਈਆ। ਸੋ 1 ਰੁਪਈਆ ਪ੍ਰਸ਼ਾਂਤ ਕਿਸ਼ੋਰ ਦੇ ਖਾਤੇ 'ਚ ਟਰਾਂਸਫਰ ਹੋਇਆ ਕਰੂਗਾ, ਤੇ ਜਿੰਨਾ ਟਰਮ ਉਹਨਾਂ ਦਾ ਰਹਿ ਗਿਆ 1 ਰੁਪਏ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਮਿਲਣੇ ਨੇ। 10-12 ਰੁਪਏ ਹੋ ਸਕਦਾ ਚੋਣਾਂ ਤੋਂ ਪਹਿਲਾਂ 10-12 ਰੁਪਏ ਤਨਖਾਹ ਦੇ ਲੈ ਲੈਣ ਸਰਕਾਰ ਤੋਂ, ਉਹ 1 ਰੁਪਏ ਦੇ ਤੌਰ ਤੇ। ਪਰ ਫਾਇਦੇ ਜਿੰਨੇ ਉਹਨਾਂ ਨੂੰ ਮਿਲ ਰਹੇ ਨੇ, ਉਹਨੇ ਫਾਇਦੇ ਜੇ ਆਮ ਬੰਦੇ ਨੂੰ ਮਿਲ ਜਾਣ ਤੇ ਉਹਨੇ ਪੰਜਾਬ 'ਚ ਤਾਂ ਕਿੱਡੇ ਉਦਯੋਗਪਤੀ ਹੈ, ਜੇ ਇੰਨੇ ਪੈਸੇ ਉਹਨਾਂ ਨੂੰ ਮਿਲ ਜਾਣ ਫਾਇਦੇ, ਤੇ ਉਹਨਾਂ ਨੇ ਕਹਿਣਾ ਮੁੱਖ ਮੰਤਰੀ ਸਾਹਿਬ ਸਰਕਾਰ ਨੂੰ ਦੱਸੋ ਅਸੀਂ ਕਿੰਨੇ ਪੈਸੇ ਦਈਏ, ਇੰਨੀ ਕੁ ਸਹੂਲਤਾਂ ਸਾਨੂੰ ਦੇ ਦਿਓ। ਸੋ ਲੋਕ 50-50 ਲੱਖ ਵੀ ਦੇਣ ਨੂੰ ਤਿਆਰ ਹੋ ਜਾਣ ਸਰਕਾਰ ਨੂੰ, ਜਿੰਨੀਆਂ ਸਹੂਲਤਾਂ ਸਰਕਾਰ ਨੇ ਦੇਣੀਆਂ ਪ੍ਰਸ਼ਾਂਤ ਕਿਸ਼ੋਰ ਨੂੰ। ਦੇਖੋ ਕੀ ਦੇਣਾ, ਮੈਂ ਸਾਰੀ ਡਿਟੇਲ ਜੀ ਕੱਢ ਕੇ ਲੈ ਆਇਆ, ਥੋੜਾ ਵਕਤ ਜ਼ਰੂਰ ਲੱਗਿਆ ਮੈਨੂੰ ਲੱਭਣ ਨੂੰ, ਪਰ ਮੈਂ ਕੱਢ ਲਈ। ਕਹਿੰਦੇ ਜਿੰਨੀ ਦੇਰ ਮੁੱਖ ਮੰਤਰੀ ਦੀ ਟਰਮ ਰਹੂਗੀ, ਜਿੰਨੀ ਦੇਰ ਤੱਕ CM ਰਹਿਣਗੇ ਕੈਪਟਨ ਅਮਰਿੰਦਰ, ਉਨੀ ਦੇਰ ਤੱਕ ਹੁਣ ਇਹ ਪ੍ਰਿੰਸੀਪਲ ਐਡਵਾਈਜ਼ਰ ਰਹਿਣਗੇ। ਔਨਰੇਰੀਅਮ ਟੋਟਲ ਹੈ ਜਿਹੜਾ ਇਹਨਾਂ ਨੂੰ 1 ਰੁਪਈਏ ਮਾਨ ਭੱਤਾ। ਹੁਣ ਇਹ ਪਤਾ ਨਹੀਂ 1 ਰੁਪਇਆ ਕੈਸ਼ ਲਿਆ ਕਰਨਗੇ, ਚੈੱਕ 'ਚ ਲਿਆ ਕਰਨਗੇ, ਸਰਕਾਰ ਚੈੱਕ ਦਊ, ਕੈਸ਼ ਦਊ, ਜਾਂ ਅਕਾਊਂਟ ਟ੍ਰਾਂਸਫਰ ਕਰੂ, ਕਿਉਂਕਿ ਰਾਸ਼ੀ 1 ਰੁਪਏ ਦੀ ਹੈ। ਹੁਣ ਇਹਨਾਂ ਨੂੰ ਸਟਾਫ ਕਿਹੜਾ ਮਿਲਣਾ, ਦੇਖੋ ਪ੍ਰਸ਼ਾਂਤ ਕਿਸ਼ੋਰ ਉਹਨਾਂ ਨੂੰ, ਇਹਨਾਂ ਨੂੰ ਇੱਕ ਤਾਂ ਸਕੱਤਰੇਤ ਪ੍ਰਸ਼ਾਸਨ ਵੱਲੋਂ ਇੱਕ ਪ੍ਰਾਈਵੇਟ ਸਕੱਤਰ ਮਿਲੂ। ਹੁਣ ਇਹਨਾਂ ਨੂੰ ਅੱਗੇ ਇੱਕ ਹੋਰ ਪ੍ਰਾਈਵੇਟ ਸਕੱਤਰ ਮਿਲੂ, ਹੈ ਜੀ, ਇੱਕ ਪਰਸਨਲ ਸਹਾਇਕ ਮਿਲੂ, ਇੱਕ ਡਾਟਾ ਐਂਟਰੀ ਆਪਰੇਟਰ ਮਿਲੂ, ਤੇ ਇੱਕ ਕਲਰਕ ਮਿਲੂ, ਤੇ 2 ਚਪੜਾਸੀ ਮਿਲਣਗੇ। ਸੋ 2 3 4 5 6 ਲਓ, 6 ਬੰਦਿਆਂ ਦਾ ਤਾਂ ਸਟਾਫ ਇਹਨਾਂ ਨਾਲ ਲੱਗ ਗਿਆ। ਹੁਣ ਦੇਖੋ 6 ਬੰਦਿਆਂ ਦਾ ਸਟਾਫ, ਜਿਹੜੇ ਜ਼ਿਆਦਾ ਤਨਖਾਹ ਲੈਂਦੇ ਹੋਣਗੇ ਉਹ ਉਸ ਵਿਅਕਤੀ ਨਾਲ ਲੱਗੂ ਜਿਹੜਾ 1 ਰੁਪਇਆ ਮਾਣ ਭੱਤਾ ਲੈਂਦਾ, ਪਰ ਉਹਦਾ ਸਟੇਟਸ ਕੈਬਨਿਟ ਦਾ, ਰੈਂਕ ਉਹਦਾ ਰੈਂਕ ਤੇ ਸਟੇਟਸ ਕੈਬਨਿਟ ਦਾ। ਹੁਣ ਇਹਨਾਂ ਨੂੰ ਰਿਹਾਇਸ਼ ਕੀ ਮਿਲੂ? ਫ੍ਰੀ ਮਿਲਣੀ ਹੈ, ਫੁੱਲੀ ਫਰਨਿਸ਼ਡ ਗਵਰਨਮੈਂਟ ਰੈਜ਼ੀਡੈਂਸ। ਦੇਖੋ ਲੋਕਾਂ ਦੇ ਪੈਸੇ ਤੇ ਸਰਕਾਰਾਂ ਜਿਹੜੀਆਂ ਨੇ ਇਹ ਫ੍ਰੀ ਰਿਹਾਇਸ਼ਾਂ ਦੇਣਗੀਆਂ। ਹੁਣ ਫ੍ਰੀ ਰਿਹਾਇਸ਼ ਦਊ ਸਰਕਾਰ, ਪੈਸਾ ਲੋਕਾਂ ਦਾ, ਲੋਕ ਚੁਕਾਉਣਗੇ ਨਾ। ਪੰਜਾਬ ਦੇ ਲੋਕ ਦਿੰਦੇ ਨੇ ਟੈਕਸ, ਹਰ ਪੈਟਰੋਲ ਤੇ ਵੀ ਦੇਖੋ, ਆਪਾਂ ਜਿੰਨਾ ਪੈਟਰੋਲ ਪਾਉਂਦੇ ਹਾਂ ਕਾਂਗਰਸ ਦੀ ਸਰਕਾਰ ਨੂੰ ਵੀ ਚਲੇ ਜਾਂਦਾ। ਫ੍ਰੀ ਫੁੱਲੀ ਫਰਨਿਸ਼ਡ ਸਰਕਾਰੀ ਰੈਜ਼ੀਡੈਂਸ, ਉਹਦੇ ਨਾਲ ਕੈਂਪ ਆਫਿਸ ਐਜ਼ ਐਡਮਿਸਿਬਲ ਟੂ ਏ ਕੈਬਨਿਟ ਮਿਨਿਸਟਰ, ਠੀਕ ਹੈ ਜੀ, ਤੇ ਕੈਂਪ ਦਫ਼ਤਰ ਜਿਵੇਂ ਕੈਬਨਿਟ ਮੰਤਰੀਆਂ ਦਾ ਬਣਦਾ।
ਟੈਲੀਫੋਨ ਕਿਹੜੇ ਮਿਲਣੇ, ਇੱਕ ਲੈਂਡਲਾਈਨ ਮਿਲਣਾ, ਇੱਕ ਦਫ਼ਤਰ 'ਚ ਤੇ ਇੱਕ ਕੈਂਪ ਆਫਿਸ 'ਚ। ਸੋ 2 ਲੈਂਡਲਾਈਨ ਟੈਲੀਫੋਨ BSNL ਦੇ ਲੈ ਦਿਓ ਕੈਪਟਨ ਸਾਹਿਬ, ਸਰਕਾਰੀ ਨੇ। ਤੇ ਮੋਬਾਈਲ ਫੋਨ ਦੇ ਐਕਸਪੈਂਸਸ ਵਿਦਆਊਟ ਐਨੀ ਲਿਮਿਟ, ਕਹਿੰਦੇ ਜਿੰਨਾ ਮਰਜ਼ੀ ਫੋਨ ਵਰਤ ਲਓ, ਤੁਹਾਨੂੰ ਪੈਸਿਆਂ ਦੀ ਕੋਈ ਰੋਕ ਟੋਕ ਨਹੀਂ। ਇਹ ਨਹੀਂ ਪਤਾ ਕੈਨੇਡਾ ਅਮਰੀਕਾ ਦਾ ਅਲਾਉਡ ਹੋਊ ਕਿ ਨਹੀਂ ਹੋਊ, ਵੀ ਇਕੱਲੇ ਇੰਡੀਆ 'ਚ ਹੀ ਕਰਨਾ। ਇੰਡੀਆ 'ਚ ਤਾਂ ਸਸਤਾ ਅੱਜ ਕੱਲ੍ਹ BSNL ਦਾ ਪਲਾਨ ਕੋਈ ਵੀ ਲੈ ਲੈਣਾ ਸਰਕਾਰ ਨੇ। ਇੰਡੀਪੈਂਡੈਂਟ ਫੈਕਸ ਲਾਈਨਸ ਇਨ ਦਾ ਆਫਿਸ ਐਜ਼ ਆਲਸੋ ਐਟ ਦਾ ਕੈਂਪ ਆਫਿਸ ਰਿਹਾਇਸ਼। ਸੋ ਇੰਡੀਪੈਂਡੈਂਟ ਫੈਕਸ ਲਾਈਨਾਂ, ਫੈਕਸ ਮਸ਼ੀਨਾਂ ਵੀ ਨਾਲ ਆ ਜਾਣਗੀਆਂ। ਕਨਵੀਨਸ ਇਹਨਾਂ ਨੂੰ ਕੀ ਹੈ, ਵਿਲ ਬੀ ਪ੍ਰੋਵਾਈਡਡ ਬਾਈ ਦਾ ਸਟੇਟ ਟਰਾਂਸਪੋਰਟ ਕਮਿਸ਼ਨਰ। ਜਿਹੜੇ ਸਟੇਟ ਸੂਬੇ ਦੇ ਟਰਾਂਸਪੋਰਟ ਕਮਿਸ਼ਨਰ ਨੇ ਉਹੀ ਇਹਨਾਂ ਨੂੰ ਕਨਵੀਨਸ ਦੇਣਗੇ। ਇਹ 'ਚ ਗੱਡੀ, ਪਾਇਲਟ ਜੋ ਕੈਬਨਿਟ ਸਟੇਟਸ ਦੇ ਮੰਤਰੀਆਂ ਨੂੰ ਮਿਲਦਾ ਸਾਰਾ ਕੁਝ। ਸੋ ਚੰਗਾ ਇੰਤਜ਼ਾਮ ਕਰਤਾ ਕੈਪਟਨ ਅਮਰਿੰਦਰ ਉਹਨਾਂ ਨੇ। ਟਰੈਵਲ ਰੇਲ ਗੱਡੀ 'ਚ ਐਗਜ਼ੀਕਿਊਟਿਵ ਕਲਾਸ 'ਚ ਜਾਇਆ ਕਰਨਗੇ ਤੇ ਬਾਈ ਏਅਰ ਜਿੰਨਾ ਕੈਬਨਿਟ ਮਿਨਿਸਟਰ ਨੂੰ ਅਲਾਉਡ ਹੈ ਉਹਨਾਂ ਇਹਨਾਂ ਨੂੰ, ਮਤਲਬ ਜਹਾਜ਼ ਦੀ ਉਡਾਰੀ ਵੀ ਇਹ ਮਾਰ ਸਕਣਗੇ। ਹੌਸਪਿਟੈਲਿਟੀ, ਚਾਹ ਪਾਣੀ ਜਿਹਨੂੰ ਆਪਾਂ ਕਹਿ ਦਈਏ, ਸੇਵਾ ਪਾਣੀ, ਉਹ 5000 ਰੁਪਏ ਪ੍ਰਤੀ ਮਹੀਨਾ। ਇਹ ਘੱਟ ਲੱਗਦੇ ਮੈਨੂੰ ਹੈ ਜੀ। ਹੌਸਪਿਟੈਲਿਟੀ 5000 ਰੁਪਏ ਪ੍ਰਤੀ ਮਹੀਨਾ ਘੱਟ ਲੱਗਦੀ। ਮੈਡੀਕਲ ਫੈਸਿਲਿਟੀਜ਼ ਇਹਨਾਂ ਨੂੰ ਰੀਇੰਬਰਸਮੈਂਟ, ਮੈਡੀਕਲ ਐਕਸਪੈਂਸਸ ਜਿੰਨੀਆਂ ਕੈਬਨਿਟ ਮਿਨਿਸਟਰ ਨੂੰ ਮਿਲਦੀਆਂ ਨੇ ਉਹੀ ਸਹੂਲਤਾਂ ਇਹਨਾਂ ਨੂੰ। ਸੋ ਜੇ ਕਿਸੇ ਨੂੰ ਪਰਿਵਾਰ 'ਚ ਵੀ ਇਲਾਜ ਦੀ ਲੋੜ ਪੈ ਜਾਏ, ਮੈਨੂੰ ਲੱਗਦਾ ਉਹ ਵੀ ਸਹੂਲਤ ਮਿਲ ਜੂ। ਸੋ ਇਹ 9 ਤਰ੍ਹਾਂ ਦੇ ਫਾਇਦੇ ਜਿਹੜੇ ਨੇ ਇਹਨਾਂ ਨੂੰ ਦਿੱਤੇ ਗਏ ਨੇ। ਦੇਖੋ ਪਰ ਫਿਰ ਵੀ ਦੇਖੋ ਸਰਕਾਰ ਨੇ ਖਜ਼ਾਨੇ ਤੇ ਬੋਝ ਨਹੀਂ ਪਾਇਆ ਜੀ। ਸਰਕਾਰ ਕਹਿੰਦੀ 1 ਰੁਪਈਆ ਮਾਨ ਭੱਤਾ ਜੀ, ਆ ਬਾਕੀ ਜਿੰਨਾ ਕੁ ਸਮਾਨ ਦੇਤਾ ਇਹ ਆਪਾਂ ਕੋਈ ਮਾਹਰ ਹੈ ਜਿਹੜਾ, ਇਹ ਕੋਈ ਮਾਹਰ ਹੀ ਦੱਸ ਸਕਦਾ ਵੀ ਕਿੰਨਾ ਕੁ ਖਰਚਾ ਆਊਗਾ ਇਹਨਾਂ ਤੇ। ਸੋ ਚੰਡੀਗੜ੍ਹ 'ਚ ਜੇ ਕਮਰਾ ਵੀ ਕਿਰਾਏ ਤੇ ਲੈਣਾ ਹੋਵੇ PG, ਅੱਜ ਕੱਲ੍ਹ ਮੁੰਡੇ ਨੂੰ 5-7 ਹਜ਼ਾਰ 'ਚ ਤਾਂ ਉਹ ਨਹੀਂ ਮਿਲਦਾ। ਰੋਟੀ ਪਾਣੀ ਦਾ ਅਲੱਗ ਮਿਲਦਾ। ਆ ਮੁੰਡੇ ਕਈ ਪੜ੍ਹਦੇ ਆ ਜਿਹੜੇ ਉਹ PGਆਂ 'ਚ ਰਹਿੰਦੇ ਅੱਜ ਕੱਲ੍ਹ। ਸੋ ਇਹਨਾਂ ਨੂੰ ਸਰਕਾਰੀ ਕੋਠੀ ਮਿਲਣੀ ਚੰਡੀਗੜ੍ਹ 'ਚ ਹੈ ਜੀ। ਸੋ ਇਹ ਦੇਖ ਲਓ ਜੀ ਫਿਰ ਹੁਣ। ਸੋ ਸਰਕਾਰਾਂ ਇਸ ਤਰੀਕੇ ਨਾਲ ਨਿਯੁਕਤੀਆਂ ਕਰਦੀਆਂ ਨੇ। ਸੋ ਇਸੇ ਕਰਕੇ ਕਈ ਵਾਰੀ ਮੁਲਾਜ਼ਮ ਬੜੇ ਔਖੇ ਹੁੰਦੇ ਆ ਵੀ ਸਾਡੀ ਤਨਖਾਹ ਨਹੀਂ ਪੈਂਦੀ, 1 ਤਰੀਕ ਨੂੰ ਸੁਨੇਹਾ ਨਹੀਂ ਆਇਆ ਜੀ, 31 ਨੂੰ ਜਾਂ 1 ਨੂੰ। ਕਈ ਮੇਰੇ ਦੋਸਤ ਨੇ ਗਗਨ, ਸਰਕਾਰੀ ਮੁਲਾਜ਼ਮ ਨੇ, ਉਹ ਮੈਂ ਇੱਕ ਵਾਰੀ ਮਿਲਿਆ ਉਹਨਾਂ ਨੂੰ, 31 ਤਰੀਕ ਸੀ ਜਾਂ 1 ਤਰੀਕ ਸੀ, ਤਨਖਾਹ ਨਹੀਂ ਸੀ ਆਈ। ਉਹ 25 ਵਾਰੀ ਉਹਨਾਂ ਨੇ ਮੋਬਾਈਲ ਐਂ ਚੈੱਕ ਕਰ ਲਿਆ। ਮੈਂ ਕਿਹਾ ਪਤਾ ਨਹੀਂ ਕਿਹਦਾ ਸੁਨੇਹਾ ਆਉਣਾ, ਤੇ ਉਹ 25 ਵਾਰੀ ਮੋਬਾਈਲ ਚੈੱਕ ਕਰ ਲਿਆ, ਕਹਿੰਦੇ ਸਾਡੀ ਤਨਖਾਹ ਨਹੀਂ ਆਈ। ਸੋ ਸਰਕਾਰ ਕੋਲੇ ਕਈ ਵਾਰੀ ਮੁਲਾਜ਼ਮਾਂ ਦੀ ਤਨਖਾਹ ਜੋਗੇ ਪੈਸੇ ਨਹੀਂ ਹੁੰਦੇ, ਪਰ ਸਰਕਾਰ ਐਡਾ ਜਿਗਰਾ ਕਿਵੇਂ ਕੱਢ ਲੈਂਦੀ ਹੈ, ਬੜੀ ਹੈਰਾਨੀ ਵਾਲੀ ਗੱਲ ਹੈ। ਸੋ ਇਸ ਪਾਸੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਘੱਟ ਸਹੂਲਤਾਂ ਤੇ ਨਿਯੁਕਤੀਆਂ ਕੀਤੀਆਂ ਜਾਣ। ਘਰ ਨੌਕਰੀ ਕੈਪਟਨ ਅਮਰਿੰਦਰ ਉਹਨਾਂ ਨੇ ਦੇਣੀ ਸੀ। ਸੋ ਘਰ ਨੌਕਰੀ ਵਾਲੇ ਪਾਸੇ ਧਿਆਨ ਜ਼ਿਆਦਾ ਕੇਂਦਰਿਤ ਕੀਤਾ ਜਾਵੇ। ਘਰ ਨੌਕਰੀ ਵੈਸੇ ਲੱਗੀ ਨਹੀਂ, ਬੜੇ ਸਾਡੇ ਨੌਜਵਾਨ ਬੇਰੁਜ਼ਗਾਰ ਨੇ। ਬਾਕੀ ਪ੍ਰਸ਼ਾਂਤ ਕਿਸ਼ੋਰ ਨੂੰ ਮੁਬਾਰਕਾਂ। ਪ੍ਰਸ਼ਾਂਤ ਕਿਸ਼ੋਰ ਦੀ ਮਿਹਨਤ, ਕਾਬਲੀਅਤ ਹੈ। ਦੇਖੋ ਇੱਥੇ MLA ਸਾਡੇ ਬਜ਼ੁਰਗ ਹੋ ਜਾਂਦੇ ਨੇ। ਕਿੰਨੀਆਂ ਪਾਰਟੀਆਂ 'ਚ ਮੈਂ ਦੇਖਿਆ ਵਲੰਟੀਅਰ ਹੈ ਜੀ, ਉਹ ਸਾਰੀ ਜ਼ਿੰਦਗੀ ਵਿਚਾਰੇ ਦਰੀਆਂ ਵਿਛਾਉਂਦੇ ਰਹਿੰਦੇ, ਟੈਂਟ ਦਾ ਅਰੇਂਜਮੈਂਟ ਹੀ ਕਰਦੇ ਰਹਿੰਦੇ, ਝੰਡੀਆਂ ਤਿਆਰ ਕਰਾ ਕੇ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਢੋਂਦੇ ਰਹਿੰਦੇ ਆ ਵੀ ਸਾਡੀ ਪਾਰਟੀ ਦੀ ਸਰਕਾਰ ਬਣਨੀ ਹੈ ਜੀ। ਤੇ ਬਹੁਤ ਸਾਰੇ ਨੇ ਵਿਚਾਰੇ ਜਿਹੜੇ ਇਸ ਇੰਤਜ਼ਾਰ 'ਚ, ਨਾ ਉਹਨਾਂ ਨੂੰ ਟਿਕਟਾਂ ਮਿਲੀਆਂ, ਨਾ ਉਹਨਾਂ ਨੂੰ ਅਹੁਦੇਦਾਰੀਆਂ ਮਿਲੀਆਂ। ਤੇ ਪਰ ਪ੍ਰਸ਼ਾਂਤ ਕਿਸ਼ੋਰ ਦੇਖੋ ਮਿਹਨਤ ਦਾ ਮੁੱਲ ਹੈ। ਰੱਬ ਕਈ ਵਾਰੀ, ਮੈਂ ਤਾਂ ਇਹ ਤਾਂ ਕੁਦਰਤੀ ਗੱਲ ਕਰੂੰਗਾ, ਮੈਂ ਤਾਂ ਇਹ ਕਹੂੰਗਾ ਵੀ ਰੱਬ ਕਈ ਵਾਰੀ ਉਹ ਜਿਹੜੇ ਮਿਹਨਤਕਸ਼ ਵਰਕਰ ਹੁੰਦੇ, ਰੱਬ ਉਹਨਾਂ ਨਾਲ ਇਨਸਾਫ ਨਹੀਂ ਕਰਦਾ। ਰੱਬ ਨਹੀਂ ਉਹਨਾਂ ਨਾਲ ਇਨਸਾਫ ਕਰਦਾ। ਬਾਕੀ ਮੁਬਾਰਕਬਾਦ ਹੈ ਪ੍ਰਸ਼ਾਂਤ ਕਿਸ਼ੋਰ ਨੂੰ। ਸਰਕਾਰੀ ਖਜ਼ਾਨੇ ਤੇ ਕੈਪਟਨ ਅਮਰਿੰਦਰ ਨੂੰ ਹੁਣ ਸਲਾਹ ਦੇਣਗੇ, ਸਲਾਹ ਦਿਆ ਕਰਨਗੇ ਜੀ। ਹੁਣ ਦੇਖੋ ਇਹਦੇ 2 ਭਾਵ ਸਮਝੋ। ਜਿਹੜੇ ਲੋਕ ਕਹਿੰਦੇ ਸੀ ਵੀ ਕੈਪਟਨ ਅਮਰਿੰਦਰ ਰਿਟਾਇਰਮੈਂਟ ਲੈ ਲਓ, ਕਿਉਂਕਿ ਪਿਛਲੀ ਵਾਰੀ ਕੈਪਟਨ ਅਮਰਿੰਦਰ ਕਹਿੰਦੇ ਸੀ ਨਾ ਵੀ ਮੇਰੀ ਆਖਰੀ ਚੋਣ ਹੈ, ਇਹ ਆਖਰੀ ਚੋਣ ਨਹੀਂ ਹੈਗੀ। ਇਹ ਤਾਂ ਸਾਫ਼ ਕਰਤਾ ਕੈਪਟਨ ਅਮਰਿੰਦਰ ਨੇ, ਇਹ ਸਪਸ਼ਟ ਕਰਤਾ ਕੈਪਟਨ ਅਮਰਿੰਦਰ ਨੇ ਵੀ ਉਹ ਚੋਣ ਲੜਨਗੇ। ਤੇ ਹੁਣ ਪ੍ਰਸ਼ਾਂਤ ਕਿਸ਼ੋਰ ਫੇਰ ਕੋਈ ਨਵਾਂ ਨਾਰਾ ਦਊਗਾ। ਪਿਛਲੀ ਵਾਰੀ ਕਹਿੰਦੇ ਇਹਨੇ ਨਾਰਾ ਦਿੱਤਾ ਸੀ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਐਤਕੀ ਪੰਜਾਬ ਕੀ ਚਾਹੁੰਦਾ ਹੈ? ਦੇਖੋ ਪ੍ਰਸ਼ਾਂਤ ਕਿਸ਼ੋਰ ਕੋਈ ਲਾਈਨ ਕੱਢੂਗਾ ਨਵੀਂ। ਬਿਲਕੁਲ ਇਹਦੇ ਨਾਲ ਇਹ ਵੀ ਗੱਲ ਸਪਸ਼ਟ ਹੋ ਗਈ, ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ ਸਿੱਧੂ ਦਾ ਰਾਹ ਸਾਫ਼ ਹੈ, ਸੋ ਇਹ ਵੀ ਗੱਲ ਸਪਸ਼ਟ ਹੋ ਗਈ। ਜਿਹੜੀ ਸੁਨੀਲ ਜਾਖੜ ਨੇ ਗੱਲ ਕਹੀ ਸੀ, ਵੀ ਸੁਨੀਲ ਜਾਖੜ ਨੇ ਜਿਹੜੀ ਗੱਲ ਕਹੀ ਸੀ, ਇਹਦਾ ਮਤਲਬ ਹੈ ਉਹਦੇ ਤੇ ਕੰਮ ਚੱਲ ਰਿਹਾ ਸੀ ਨਾ, ਤਾਂ ਹੀ ਪ੍ਰਸ਼ਾਂਤ ਕਿਸ਼ੋਰ ਆ ਗਏ ਨਾ। ਬਿਲਕੁਲ ਅਚਾਨਕ ਤਾਂ ਆਏ ਨਹੀਂ। ਬਿਲਕੁਲ ਇਹਦਾ ਮਤਲਬ ਤਿਆਰੀ ਚੱਲ ਰਹੀ ਹੈ। ਇਹਦਾ ਮਤਲਬ ਹੈ ਕੈਪਟਨ ਅਮਰਿੰਦਰ ਨਵੀਂ ਚੁਣੌਤੀ ਦੇਣ ਨੂੰ ਤਿਆਰ ਹੈ, ਭਾਵੇਂ ਉਹ ਸਿੱਧੂ ਹੈ, ਭਾਵੇਂ ਕਾਂਗਰਸ ਪਾਰਟੀ ਹੈ, ਭਾਵੇਂ ਕੈਪਟਨ ਅਮਰਿੰਦਰ ਦੇ ਵਿਰੋਧੀ ਨੇ ਪ੍ਰਤਾਪ ਬਾਜਵਾ ਜਾਂ ਹੋਰ, ਜਾਂ ਅਕਾਲੀ ਦਲ ਵਾਲੇ ਨੇ, ਜਾਂ ਆਪ ਵਾਲੇ ਨੇ, ਜਾਂ BJP ਵਾਲੇ ਨੇ। ਕੈਪਟਨ ਅਮਰਿੰਦਰ ਇਹ ਚੁਣੌਤੀ ਦੇਣ ਲਈ ਤਿਆਰ ਹੈ ਵੀ ਮੈਂ ਅਗਲੀ ਵਾਰੀ ਵੀ ਸਰਕਾਰ ਬਣਾਉਣ ਦੇ ਯਤਨ ਕਰਨੇ ਨੇ, ਜਦੋਜਹਿਦ ਕਰਨੀ ਹੈ। ਸੋ ਦੇਖੋ ਇਹ ਕੈਪਟਨ ਅਮਰਿੰਦਰ ਦੇ ਇਸ ਨਿਯੁਕਤੀ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਕੈਪਟਨ ਅਮਰਿੰਦਰ ਮੁੱਖ ਮੰਤਰੀ ਦੀ ਦੌੜ 'ਚ ਹੈ ਜੀ।
ਇਹ ਗੱਲ ਸਾਫ਼ ਹੋ ਗਈ ਕੈਪਟਨ ਅਮਰਿੰਦਰ ਮੁੱਖ ਮੰਤਰੀ ਦੀ ਦੌੜ 'ਚ ਹੈ। ਹੁਣ ਕਾਂਗਰਸ ਦੇ ਲੀਡਰਾਂ ਦਾ ਕੀ ਰਿਐਕਸ਼ਨ ਹੋਊਗਾ ਆਉਣ ਵਾਲੇ ਦਿਨ 'ਚ ਪਤਾ ਲੱਗੂ। ਹੁਣ ਸਿੱਧੂ ਦਾ ਕੈਪਟਨ ਨਾਲ ਕੀ ਸਮਝੌਤਾ ਹੋਇਆ ਇਹ ਵੀ ਪਤਾ ਲੱਗੂ ਆਉਣ ਵਾਲੇ ਦਿਨ 'ਚ। ਕੀ ਕੋਈ 2.5 ਸਾਲ ਦਾ ਸਮਝੌਤਾ ਹੋਊਗਾ, ਕੀ ਕੋਈ 1 ਤੇ 4 ਸਾਲ ਦਾ ਸਮਝੌਤਾ ਹੋਊਗਾ, ਕੀ 70-30 ਹੋਊਗਾ। 70-30 ਹੋ ਸਕਦਾ ਵੀ 70% ਸਮਾਂ ਕੈਪਟਨ ਰਹੂਗਾ, 30% ਸਿੱਧੂ, ਜਾਂ ਇਸ ਦੇ ਉਲਟਾ ਵਾਈਸ ਵਰਸਾ ਜਿਹਨੂੰ ਕਹਿੰਦੇ ਆ। ਸੋ ਕੁਝ ਨਾ ਕੁਝ ਸਿਆਸੀ ਸਮਝੌਤਾ ਤਾਂ ਹੋਊਗਾ ਸਿੱਧੂ ਨਾਲ, ਜਾਂ ਸਿੱਧੂ ਕਹਿ ਦੂਗਾ ਵੀ ਜੋ ਕੈਪਟਨ ਅਮਰਿੰਦਰ ਕਹਿਣਗੇ ਮੈਂ ਕਰਨ ਨੂੰ ਤਿਆਰ ਹਾਂ, ਮੈਂ ਬਹੁਤ ਸਮਾਂ ਪਿਆ ਮੇਰੇ ਕੋਲੇ, ਹਜੇ ਬਾਅਦ 'ਚ ਦੇਖਾਂਗੇ। ਇਹ ਵੀ ਹੋ ਸਕਦਾ। ਇਹ ਵੀ ਹੋ ਸਕਦਾ ਕੈਪਟਨ ਅਮਰਿੰਦਰ ਸਾਰਾ ਕੁਝ ਕਰਕੇ ਸਿੱਧੂ ਨੂੰ ਥਾਪੜਾ ਦੇ ਦੇਣ ਵੀ ਚਲੋ ਕਾਕਾ ਜੀ ਤੁਸੀਂ ਅੱਗੇ ਆਓ। ਇਹ ਹੁਣ ਭਵਿੱਖ 'ਚ ਤੈਅ ਹੋਣਾ। ਪਰ ਸਿਆਸਤ ਬੜੀ ਦਿਲਚਸਪ ਹੋ ਗਈ ਪੰਜਾਬ ਦੀ। ਪੰਜਾਬ ਦੀ ਸਿਆਸਤ ਦਿਲਚਸਪ ਹੋ ਗਈ। ਜਿਵੇਂ ਕਈ ਵਾਰੀ ਬੜੀਆਂ ਸੁਪਰ ਹਿੱਟ ਫਿਲਮਾਂ ਹੁੰਦੀਆਂ ਨੇ ਨਾ ਜੀ, ਉਹ ਬੰਦੇ ਦਾ ਜੀ ਨਹੀਂ ਕਰਦਾ ਵੀ ਉਹਦੇ 'ਚ ਇੰਟਰਵਲ ਆ ਜੇ। ਉਹ ਫਿਲਮ ਇੰਨੀ ਵਧੀਆ ਚੱਲਦੀ ਹੁੰਦੀ, ਜੇ ਉਹ 'ਚ ਇੰਟਰਵਲ ਆ ਜੇ ਬੰਦਾ ਕਹਿੰਦਾ ਉਹ ਆ ਕੀ ਹੋ ਗਿਆ ਜੀ। ਮੈਂ ਤਾਂ ਉਹ ਸ਼ੋਲੇ ਫਿਲਮ ਦੇਖੀ ਸੀ ਇੱਕ ਵਾਰੀ, ਉਹ ਜਦੋਂ ਇੰਟਰਵਲ ਆਇਆ ਉਦੋਂ ਜੀ ਨਹੀਂ ਸੀ ਕਰਦਾ ਇੰਟਰਵਲ ਆਵੇ, ਉਹ ਪਰ ਦੇਖਣੀ ਪਈ ਬਾਅਦ 'ਚ ਉਦੋਂ, ਕਿਉਂਕਿ ਸਿਨੇਮੇ ਹੁੰਦੇ ਸੀਗੇ। ਸੋ ਇਹ ਸਿਆਸਤ ਇਸ ਵਕਤ ਇੰਨੀ ਦਿਲਚਸਪ ਹੋ ਗਈ ਪੰਜਾਬ ਦੀ। ਆਉਂਦੇ ਦਿਨਾਂ 'ਚ ਕਈ ਨਵੇਂ ਆਪਾਂ ਨੂੰ ਫੈਸਲੇ, ਨਵੇਂ ਮੈਂ ਤਾਂ ਕਹੂੰਗਾ ਨਵੇਂ ਅਜੂਬੇ ਸਾਨੂੰ ਸਿਆਸਤ 'ਚ ਦੇਖਣ ਨੂੰ ਮਿਲਣਗੇ, ਜੋ ਮਾਹੌਲ ਬਣ ਰਿਹਾ। ਹੁਣ ਸਿੱਧੂ ਵੀ ਕਰੂਗਾ ਕੁਛ ਨਾ ਕੁਛ, ਦੇਖਦੇ ਹਾਂ ਸਿੱਧੂ ਕੀ ਕਰਦਾ, ਕਿਉਂਕਿ ਸਿੱਧੂ ਵੀ ਪਟਿਆਲੇ ਦਾ, ਕੈਪਟਨ ਅਮਰਿੰਦਰ ਵੀ ਪਟਿਆਲੇ ਦਾ। ਦੋਵੇਂ ਲੀਡਰ ਨੇ ਜਿਹੜੇ ਉਹ ਕਾਂਗਰਸ ਦੇ ਹਰਮਨ ਪਿਆਰੇ ਲੀਡਰ ਨੇ। ਤੇ ਢਿੱਲੋਂ ਜੀ ਇਸ ਦੇ ਨਾਲ ਜੇ ਗੱਲ ਕਰੀਏ ਕਿ ਪ੍ਰਸ਼ਾਂਤ ਕਿਸ਼ੋਰ ਦੀ ਜਿੱਦਾਂ ਹੀ ਐਂਟਰੀ ਹੋਈ ਆ, ਉਸ ਐਂਟਰੀ ਤੋਂ ਬਾਅਦ ਮੀਡੀਆ ਘਰਾਣਿਆਂ ਦੇ ਵਿੱਚ ਬਹੁਤ ਵੱਡੀਆਂ ਖਬਰਾਂ ਲੱਗ ਰਹੀਆਂ ਨੇ, ਤੇ ਖਾਸ ਤੌਰ 'ਤੇ ਅਕਾਲੀ ਦਲ ਦਾ ਪ੍ਰਤੀਕਰਮ ਇਸ 'ਤੇ ਬਹੁਤ ਤਿੱਖਾ ਰਿਹਾ। ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਕਿ ਵੱਡੀ ਸਿਆਸਤ ਦੀ ਤਿਆਰੀ ਕੈਪਟਨ ਨੇ ਕਰ ਲਈ ਹੈ ਪ੍ਰਸ਼ਾਂਤ ਕਿਸ਼ੋਰ ਨੂੰ ਲਿਆ ਕੇ। ਪ੍ਰਸ਼ਾਂਤ ਕਿਸ਼ੋਰ ਦੇ ਆਉਣ ਦੇ ਨਾਲ ਸਿਆਸਤ ਦੇ ਵਿੱਚ ਤਰਥੱਲੀ ਕਿਉਂ ਪਈ ਹੈ? ਦੇਖੋ ਇਸ ਕਰਕੇ ਪਈ ਹੈ, ਦੇਖੋ ਪ੍ਰਸ਼ਾਂਤ ਕਿਸ਼ੋਰ ਕਾਬਿਲ ਤਾਂ ਹੈਗਾ ਨਾ, ਉਹ ਰਣਨੀਤੀਕਾਰ ਹੈ। ਦੇਖੋ ਜਿਹੜੀਆਂ ਅੱਜ ਕੱਲ੍ਹ ਦੀਆਂ ਚੋਣਾਂ ਨੇ ਨਾ ਜੀ, ਉਹ ਕੱਲੀਆਂ ਸਰਕਾਰ ਦੀ ਕਾਰਗੁਜ਼ਾਰੀ ਤੇ ਨਹੀਂ ਲੜੀਆਂ ਜਾਂਦੀਆਂ। ਸਰਕਾਰਾਂ ਕਹਿੰਦੀਆਂ ਸਾਡੀ ਕਾਰਗੁਜ਼ਾਰੀ ਜੋ ਮਰਜ਼ੀ ਹੋਵੇ, ਸਾਡਾ ਪ੍ਰਚਾਰ 1 ਨੰਬਰ ਦਾ ਹੋਣਾ ਚਾਹੀਦਾ ਜੀ। ਹੁਣ ਸਰਕਾਰਾਂ ਇਸ਼ਤਿਹਾਰ ਜਾਰੀ ਕਰਨਗੀਆਂ। ਹੁਣ ਸਰਕਾਰਾਂ ਨੇ ਖੁੱਲ੍ਹ ਕੇ ਚੈਨਲਾਂ ਨੂੰ, ਅਖਬਾਰਾਂ ਨੂੰ, ਰੇਡੀਓ ਤੇ ਖੁੱਲ੍ਹੇ ਇਸ਼ਤਿਹਾਰ ਚੱਲਣੇ ਸਰਕਾਰ ਦੇ। ਤੁਸੀਂ ਦੇਖਿਓ ਸਾਨੂੰ ਇਸ਼ਤਿਹਾਰਾਂ ਤੇ ਪਤਾ ਲੱਗਣਾ ਕਈ ਕੰਮਾਂ ਦਾ ਵੀ ਸਰਕਾਰਾਂ ਨੇ ਆਹ ਕੰਮ ਕਰਤਾ, ਅਸੀਂ ਕਹਿਣਾ ਅੱਛਾ ਸਰਕਾਰ ਨੇ ਆਹ ਕੰਮ ਕਰਤਾ, ਬਿਲਕੁਲ ਵੀ ਸਾਨੂੰ ਤਾਂ ਪਤਾ ਹੀ ਨਹੀਂ। ਤੇ ਸਾਨੂੰ ਇਸ਼ਤਿਹਾਰਾਂ 'ਚ ਹੀ ਪਤਾ ਲੱਗਣਾ ਵੀ ਸਾਡਾ ਕਿੱਡਾ ਫਾਇਦਾ ਹੋ ਚੁੱਕਿਆ, ਬਿਲਕੁਲ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਦੀ ਵੀ ਸਾਡਾ ਫਾਇਦਾ ਹੋਇਆ। ਇਹ ਜਦੋਂ ਹੁਣ ਇਸ਼ਤਿਹਾਰ ਆਉਣੇ ਫੇਰ ਪਤਾ ਲੱਗਣਾ ਵੀ ਡੱਲਾ ਸਾਹਿਬ ਤੁਹਾਡਾ ਤਾਂ ਐਡਾ ਫਾਇਦਾ ਹੋ ਚੁੱਕਿਆ, ਤੁਹਾਨੂੰ ਪਤਾ ਹੀ ਨਹੀਂ ਜੀ। ਐਂ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਬਾਅਦ 'ਚ ਪਤਾ ਲੱਗਣਾ ਵੀ ਅੱਛਾ ਸਾਨੂੰ ਇੰਨਾ ਫਾਇਦਾ ਹੋ ਗਿਆ, ਸਾਨੂੰ ਪਤਾ ਹੀ ਨਹੀਂ ਘਰੇ ਬੈਠਿਆਂ ਨੂੰ, ਅਸੀਂ ਫੇਰ ਕਰਜ਼ਾਈ ਦੇ ਕਰਜ਼ਾਈ। ਅੱਛਾ ਇਹ ਵੀ ਗੱਲ ਹੋ ਜਾਣੀ ਹੈ, ਕਈ ਕਿਸਾਨਾਂ ਨੂੰ ਪਤਾ ਹੀ ਨਹੀਂ ਲੱਗਣਾ, ਉਹ ਕਰਜ਼ੇ ਦੀਆਂ ਕਿਸ਼ਤਾਂ ਮੋੜੀ ਜਾਣਗੇ, ਉਹ ਕਰਜ਼ੇ ਦੀਆਂ ਕਿਸ਼ਤਾਂ ਦੇ ਰਹੇ ਹੋਣਗੇ, ਤੇ ਇਸ਼ਤਿਹਾਰਾਂ 'ਚ ਆ ਜਾਣਾ ਵੀ ਇੰਨੇ ਕਿਸਾਨਾਂ ਦਾ ਕਰਜ਼ਾ ਮਾਫ। ਸਾਰੇ ਇੱਕ ਦੂਜੇ ਤੋਂ ਪੁੱਛਣਗੇ ਵੀ ਮੇਰਾ ਨਹੀਂ ਹੋਇਆ ਤੇਰਾ ਹੋਇਆ, ਉਹ ਦਿਲ 'ਚ ਸੋਚਦਾ ਹੋਣਾ ਵੀ ਮੇਰਾ ਨਹੀਂ ਹੋਇਆ ਇਹਦਾ ਹੋ। ਇਹ ਸਥਿਤੀਆਂ ਇਸ਼ਤਿਹਾਰਾਂ ਨਾਲ ਬਣਦੀਆਂ ਨੇ। ਸੋ ਇਸ਼ਤਿਹਾਰਬਾਜ਼ੀ ਇੱਕ ਅਜਿਹੀ ਕਲਾ ਹੈ ਜਿਹਦੇ ਨਾਲ ਜਿਹੜੀ ਗੱਲ ਸਰਕਾਰ ਕਹਿਣਾ ਚਾਹਵੇ ਨਾ, ਤੁਸੀਂ ਉਹਨੂੰ ਉਵੇਂ ਦੇਖਣ ਲੱਗ ਜਾਂਦੇ ਹੋ। ਸੋ ਇਸ਼ਤਿਹਾਰ ਇੱਕ ਤਰੀਕੇ ਦਾ ਸ਼ੀਸ਼ਾ ਹੈ। ਜਦੋਂ ਸ਼ੀਸ਼ਾ ਤੁਹਾਡੇ ਸਾਹਮਣੇ ਆ ਗਿਆ, ਤੁਸੀਂ ਆਪਣੇ ਆਪ ਨੂੰ ਦੇਖ ਕੇ ਖੁਸ਼ ਹੋਈ ਜਾਣਾ, ਤੁਸੀਂ ਅਸਲ ਮੁੱਦੇ ਤੋਂ ਤੁਹਾਡਾ ਧਿਆਨ ਭਟਕ ਜਾਣਾ। ਤੁਸੀਂ ਸ਼ੀਸ਼ਾ ਦੇਖ ਕੇ ਕੰਘੀ ਕੁੰਗੀ ਨਾਲ ਵਾਲ ਆਪਣੇ ਸੈੱਟ ਕਰਕੇ ਆਪਣੇ ਕੰਮ ਨੂੰ ਤੁਰ ਜਾਣਾ। ਸੋ ਹੁਣ ਇਸ਼ਤਿਹਾਰਾਂ ਦਾ ਦੌਰ ਹੈ, ਇਸ਼ਤਿਹਾਰਾਂ ਦਾ ਦੌਰ ਆਊਗਾ ਆਉਣ ਵਾਲੇ ਸਮੇਂ 'ਚ, ਪਰ ਅਸੀਂ ਇਸ਼ਤਿਹਾਰ ਨਹੀਂ ਲੈਂਦੇ ਕਿਸੇ ਤਰ੍ਹਾਂ ਦਾ। ਅਸੀਂ ਇਸ ਮੀਡੀਅਮ 'ਚ ਕੋਈ ਪੋਲੀਟੀਕਲ ਇਸ਼ਤਿਹਾਰ ਨਹੀਂ ਚਲਾਉਂਦੇ, ਸਾਡੇ ਪ੍ਰੋਗਰਾਮਾਂ 'ਚ ਕੋਈ ਪੋਲੀਟੀਕਲ ਇਸ਼ਤਿਹਾਰ ਨਹੀਂ ਚੱਲਦਾ, ਹਾਲੇ ਤੱਕ ਕੋਈ ਪਾਲਿਸੀ ਨਹੀਂ ਹੈ ਅਜਿਹੀ। ਹੁਣ ਪ੍ਰਸ਼ਾਂਤ ਕਿਸ਼ੋਰ ਦੇਖੋ ਰਣਨੀਤੀਕਾਰ ਤਾਂ ਵੱਡੇ ਨੇ ਗਗਨ, ਹੁਣ ਉਹਨਾਂ ਨੇ ਕੋਈ ਨਵੇਂ ਨਾਅਰੇ ਇਹੋ ਜਿਹੇ ਦੇ ਦੇਣੇ ਆ। ਹੁਣ ਬਰਗਾੜੀ ਵਾਲੇ ਮਸਲੇ ਨਿਕਲੇ ਆਉਣੇ ਆ ਕੁਝ ਦਿਨਾਂ 'ਚ, ਬੇਅਦਬੀ ਦੇ ਮਸਲੇ ਫਿਰ ਨਿਕਲੇ ਆਉਣੇ ਆ ਜਿਹੜੇ ਪੈਂਡਿੰਗ ਨੇ। ਸੁਖਬੀਰਾਂ ਨੇ ਤਾਂ ਕੱਢ ਲਏ 4 ਸਾਲ ਦੀ ਕੈਪਟਨ ਦੀ ਕਾਰਗੁਜ਼ਾਰੀ ਦੇ ਮਸਲੇ। ਹੁਣ ਪ੍ਰਸ਼ਾਂਤ ਕਿਸ਼ੋਰ ਦੱਸੂਗਾ ਵੀ ਕੈਪਟਨ ਅਮਰਿੰਦਰ ਨੇ ਕੀ ਕੀਤਾ। ਔਰ ਮੈਨੂੰ ਇਹ ਲੱਗਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਕੋਈ ਅਜਿਹੀ ਰਣਨੀਤੀ ਬਣਾਊਗਾ ਕੈਪਟਨ ਅਮਰਿੰਦਰ ਨੂੰ, ਕੋਈ ਜਿਵੇਂ ਕਿਸਾਨ ਅੰਦੋਲਨ ਨੂੰ ਸਮਰਥਨ ਕੀਤਾ ਕੈਪਟਨ ਅਮਰਿੰਦਰ ਨੇ, ਕੋਈ ਕਿਸਾਨਾਂ ਦੇ ਲੀਡਰ ਦੇ ਤੌਰ ਤੇ ਕੈਪਟਨ ਅਮਰਿੰਦਰ ਨੂੰ ਉਭਾਰਨ ਦੀ ਕੋਸ਼ਿਸ਼ ਕਰੂਗਾ ਪ੍ਰਸ਼ਾਂਤ ਕਿਸ਼ੋਰ। ਵੀ ਕੈਪਟਨ ਅਮਰਿੰਦਰ ਨੇ ਜੋ ਕਿਸਾਨਾਂ ਲਈ ਕਰਤਾ ਉਹ ਅੱਜ ਤੱਕ ਪੰਜਾਬ ਦਾ ਕੋਈ ਮੁੱਖ ਮੰਤਰੀ ਨਹੀਂ ਕਰ ਸਕਿਆ। ਕੋਈ ਇਹੋ ਜਿਹੀ ਕੋਈ ਨਵੀਂ ਲਾਈਨ ਕੱਢਣਗੇ, ਜਿਵੇਂ ਕਹਿੰਦੇ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਸੋ ਐਤਕੀ ਕੋਈ ਨਵੀਂ ਚੀਜ਼ ਕੱਢਣਗੇ ਪ੍ਰਸ਼ਾਂਤ ਕਿਸ਼ੋਰ। ਇਹ ਇਹਨਾਂ ਦੀ ਕਲਾਕਾਰੀ ਹੈ ਤੇ ਹੁਣ ਦੇਖਦੇ ਹਾਂ, ਇਹ ਤਕਨੀਕ ਵਾਲੀ ਕਲਾਕਾਰੀ ਹੈ, ਤਕਨੀਕੀ ਕਲਾਕਾਰੀ। ਹੁਣ ਜਦੋਂ ਕੋਈ
ਇਹੋ ਜਿਹੀ ਚੀਜ਼ ਆਊਗੀ ਤੇ ਫੇਰ ਹੀ ਪਤਾ ਲੱਗੂਗਾ। ਬਿਲਕੁਲ। ਹਾਂਜੀ, ਮੋਦੀ ਸਾਹਿਬ ਨੂੰ ਵੀ ਕਹਿੰਦੇ ਇੱਕ ਵਾਰੀ ਸੇਵਾਵਾਂ ਦਿੱਤੀਆਂ ਸੀ ਬੀਜੇਪੀ ਨੂੰ, ਬਿਲਕੁਲ। ਬੀਜੇਪੀ ਨੂੰ ਵੀ ਕਹਿੰਦੇ ਸੇਵਾਵਾਂ ਦਿੱਤੀਆਂ ਸੀ ਪ੍ਰਸ਼ਾਂਤ ਕਿਸ਼ੋਰ ਨੂੰ, ਨਿਤਿਸ਼ ਕੁਮਾਰ ਨੂੰ ਵੀ ਸੇਵਾਵਾਂ ਦਿੱਤੀਆਂ ਸੀ, ਤੇ ਪੱਛਮੀ ਬੰਗਾਲ ਵਾਲੀ ਮਮਤਾ ਬਨਰਜੀ ਨੂੰ ਵੀ ਸੇਵਾਵਾਂ ਦੇ ਰਹੇ ਨੇ, ਔਰ ਪਿਛਲੀ ਵਾਰੀ ਅਰਵਿੰਦ ਕੇਜਰੀਵਾਲ ਨੂੰ ਵੀ ਸੇਵਾਵਾਂ ਦਿੱਤੀਆਂ ਸੀ। ਬਿਲਕੁਲ। ਸੋ ਤੁਸੀਂ ਦੇਖੋ, ਇਹਦਾ ਮਤਲਬ ਹੈ ਕਿ ਇਹ ਇਹੋ ਜਿਹਾ ਵਿਅਕਤੀ ਬਣ ਗਿਆ, ਐਡਾ ਤਜਰਬੇਕਾਰ, ਕਿ ਇਹ ਜਿਹੜੇ ਲੀਡਰ ਨੂੰ ਚਾਹਵੇ ਉਹਨੂੰ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਵਾ ਸਕਦਾ। ਬਿਲਕੁਲ। ਇਹ ਐਡਾ ਕੱਦ ਬਣ ਗਿਆ ਜੀ। ਸੋ ਅਗਲੀ ਵਾਰੀ ਫਿਰ ਇਹਦੀ ਡਿਮਾਂਡ ਵਧੀ ਜਾਣੀ ਹੈ ਜੀ, ਜੇ ਐਤਕੀ ਇਹ ਕੈਪਟਨ ਅਮਰਿੰਦਰ ਨੂੰ ਦੁਬਾਰਾ ਅੱਗੇ ਕਰ ਗਏ ਤੇ ਪ੍ਰਸ਼ਾਂਤ ਕਿਸ਼ੋਰ ਦੀ ਡਿਮਾਂਡ ਹੋਰ ਵੱਧ ਜਾਣੀ। ਜੀ ਬਿਲਕੁਲ। ਸੋ ਸਿਆਸਤ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੋਈ ਚੱਕ ਥਲ ਹੁੰਦੀ ਹੈ ਤਾਂ ਉਸ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਹੁਣ ਪੰਜਾਬ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਨਗੇ। ਤੇ ਇਸ ਦੇ ਨਾਲ ਹੀ ਡੱਲਾ ਸਾਹਿਬ ਅੱਜ ਦੇ ਵਿਧਾਨ ਸਭਾ ਸੈਸ਼ਨ ਦੇ ਵੱਲ ਵਧਾਂਗੇ। ਕੀ ਲੱਗ ਰਿਹਾ ਹੈ ਕਿ ਅੱਜ ਦਾ ਵਿਧਾਨ ਸਭਾ ਸੈਸ਼ਨ ਕਿਹੋ ਜਿਹੇ ਹੰਗਾਮਿਆਂ ਦੀ ਭੇਟ ਚੜ੍ਹ ਸਕਦਾ ਹੈ, ਕਿਉਂਕਿ ਜ਼ਿਆਦਾਤਰ ਗੱਲਬਾਤ ਜਿਹੜੀ ਹੋਣੀ ਹੁੰਦੀ ਹੈ ਉਹ ਹੰਗਾਮਿਆਂ ਦੇ ਰੂਪ ਦੇ ਵਿੱਚ ਵੀ ਜਿਹੜੀ ਮੁੱਕ ਜਾਂਦੀ ਹੈ ਜ਼ਿਆਦਾਤਰ ਵਿਧਾਨ ਸਭਾ ਸੈਸ਼ਨਾਂ ਦੇ ਦਰਮਿਆਨ। ਦੇਖੋ, ਮੈਨੂੰ ਇਹ ਲੱਗਦਾ ਕਿ ਅੱਜ ਨਵੇਂ ਮਤੇ ਕੈਪਟਨ ਅਮਰਿੰਦਰ ਲੈ ਕੇ ਆਉਣਗੇ। ਹੋ ਸਕਦਾ ਖੇਤੀ ਕਾਨੂੰਨਾਂ ਤੇ ਸੋਧ ਮਤਾ ਅੱਜ ਹੀ ਕੈਪਟਨ ਅਮਰਿੰਦਰ ਦੀ ਸਰਕਾਰ ਲਿਆਵੇ, ਹੋ ਸਕਦਾ ਕੱਲ ਲੈ ਕੇ ਆਉਣ, ਪਰ ਹੰਗਾਮੇ ਤਾਂ ਵਿਧਾਨ ਸਭਾ 'ਚ ਹੋਣਗੇ। ਦੇਖੋ, ਕੱਲ ਪਹਿਲਾ ਦਿਨ ਸੀ, ਆਪਾਂ ਕਿੱਡਾ ਰੌਲਾ ਰੱਪਾ ਦੇਖਿਆ, ਅਕਾਲੀ ਦਲ ਦੀ ਕਿੱਡੀ ਵੱਡੀ ਰੈਲੀ 25 ਸੈਕਟਰ 'ਚ, ਚੰਗਾ ਖਰਚਾ ਕਰਤਾ ਅਕਾਲੀ ਦਲ ਨੇ ਵੀ। ਬਿਲਕੁਲ। ਹਾਂਜੀ, ਇਸ ਮਹਾਮਾਰੀ ਦੇ ਦੌਰ 'ਚ ਆਮ ਲੋਕ ਤਾਂ ਅਸੀਂ ਬੜੇ ਔਖੇ ਹਾਂ, ਪਰ ਪੋਲੀਟੀਕਲ ਪਾਰਟੀਆਂ ਵਾਲੇ ਮਿਲ ਜੁਲ ਕੇ ਪੈਸਾ ਇਕੱਠਾ ਕਰ ਹੀ ਲੈਂਦੇ ਆ। ਬਿਲਕੁਲ। ਕਿੱਡੀ ਰੈਲੀ ਕਰਤੀ, ਕਿੱਡੇ ਵੱਡੇ ਵੱਡੇ ਟੈਂਟ ਸੀ, ਬੜੇ ਮਹਿੰਗੇ ਟੈਂਟ ਲੱਗੇ ਮੈਨੂੰ। ਆਮ ਬੰਦੇ ਦੇ ਵੱਸ 'ਚ ਕਿੱਥੇ ਆ ਗਗਨ ਇਹੋ ਜਿਹੇ ਟੈਂਟ, ਇੰਨੀਆਂ ਕੁਰਸੀਆਂ, ਐਡਾ ਪੰਡਾਲ ਬਣਾਇਆ ਵਧੀਆ, ਤੇ ਵੱਡੀਆਂ ਵੱਡੀਆਂ ਚੌੜੇ ਚੌੜੇ ਟਾਇਰਾਂ ਵਾਲੇ ਗੱਡੀਆਂ ਤੇ ਲੀਡਰ ਆਏ ਕਈ। ਸੋ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ ਜਿਹੜੇ ਬੜੇ ਅਮੀਰ ਹੁੰਦੇ ਨੇ ਗਗਨ, ਇਨਕਮ ਟੈਕਸ ਦੀਆਂ ਰਿਟਰਨਾਂ ਭਾਵੇਂ ਇਹਨਾਂ ਦੀਆਂ ਛੋਟੀਆਂ ਛੋਟੀਆਂ, ਕਈਆਂ ਦੀਆਂ ਇਨਕਮ ਟੈਕਸਾਂ ਦੀਆਂ ਰਿਟਰਨਾਂ ਬਹੁਤ ਛੋਟੀਆਂ ਛੋਟੀਆਂ, ਪਰ ਉਹਨਾਂ ਦੀਆਂ ਗੱਡੀਆਂ ਦੇ ਟਾਇਰ ਬੜੇ ਚੌੜੇ ਆ। ਇਹ ਰੈਲੀਆਂ 'ਚ ਖੂਬ ਆਉਂਦੇ ਨੇ ਲੋਕ, ਕਿਸੇ ਵੀ ਪਾਰਟੀ ਦੀ ਹੋਵੇ ਗੱਲ, ਅਕਾਲੀ ਦਲ ਦੀ ਨਹੀਂ, ਕਾਂਗਰਸ ਦੀ ਹੋਵੇ, ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ। ਹੁਣ ਕੱਲ ਅਕਾਲੀ ਦਲ ਨੇ ਖੂਬ ਸ਼ਕਤੀ ਪ੍ਰਦਰਸ਼ਨ ਕੀਤਾ, ਕੈਪਟਨ ਅਮਰਿੰਦਰ ਦੀ 4 ਸਾਲ ਦੀ ਸਰਕਾਰ ਨੂੰ ਚੁਣੌਤੀ ਦਿੱਤੀ। ਅੱਜ ਵਿਧਾਨ ਸਭਾ ਦੇ ਅੰਦਰ ਕੀ ਹੋਣਾ ਹੈ? ਅੱਜ ਵਿਧਾਨ ਸਭਾ ਦੇ ਅੰਦਰ ਵੀ ਰੌਲਾ ਰੱਪਾ ਹੀ ਪੈਣਾ ਹੈ। ਦੇਖੋ, ਪਹਿਲਾਂ ਤਾਂ ਕੈਪਟਨ ਅਮਰਿੰਦਰ ਦੀ 4 ਸਾਲ ਦੀ ਕਾਰਗੁਜ਼ਾਰੀ ਦੇ ਖਿਲਾਫ ਅਕਾਲੀ ਦਲ ਹੋ ਗਿਆ, ਉਹਨਾਂ ਨੇ ਪ੍ਰੋਟੈਸਟ ਕਰਨਾ ਹੈ। ਆਮ ਆਦਮੀ ਪਾਰਟੀ ਵਾਲੇ ਵੀ ਤਿਆਰ ਹੋ ਕੇ ਜਾਣਗੇ। ਭਗਵੰਤ ਮਾਨ ਹੁਣੀ ਆਪ ਚਾਹੇ ਉਹ ਨਾ ਜਾਣ, ਪਰ ਉਹ ਜਾ ਸਕਦੇ ਆ ਬਤੌਰ ਮੈਂਬਰ ਪਾਰਲੀਮੈਂਟ ਵੀ, ਪਰ ਹਰਪਾਲ ਚੀਮਾ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੇ ਲੀਡਰ ਵੀ ਜਾਣਗੇ। ਉੱਥੇ ਵੈਲ ਹੁੰਦਾ ਇੱਕ, ਪੰਜਾਬੀ 'ਚ ਆਪਾਂ ਖੂਹ ਕਹਿ ਦਿੰਦੇ ਹਾਂ ਜਿਹਨੂੰ, ਉਹ ਜਮਾ ਸਪੀਕਰ ਦੇ ਮੂਹਰਲੀ ਥਾਂ, ਕਿਉਂਕਿ ਸਪੀਕਰ ਬਹੁਤ ਉੱਚਾ ਬੈਠਾ ਹੁੰਦਾ ਵਿਧਾਨ ਸਭਾ 'ਚ, ਸੋ ਉਹ ਥਾਂ ਉਹੋ ਜਿਹੀ ਹੁੰਦੀ। ਹੁਣ ਇਹ ਇਹਨਾਂ ਨੇ ਉੱਥੇ ਇਕੱਠੇ ਹੋ ਜਾਣਾ ਕੱਲ। ਹੋ ਸਕਦਾ ਕੋਈ ਮਤੇ ਮੁਤੇ ਆਉਣ, ਮਤੇ ਮੁਤੇ ਪਾੜ ਦੇਣ, ਕਿਉਂਕਿ ਸਾਡੀ ਵਿਧਾਨ ਸਭਾ ਦੀ ਸ਼ਕਲ ਇਸ ਤਰ੍ਹਾਂ ਦੀ ਬਣਦੀ ਹੈ ਜਿਵੇਂ ਬਹੁਤ ਇਲਤੀ ਕਲਾਸ ਹੁੰਦੀ ਕੋਈ ਕਾਲਜ 'ਚ, ਸਕੂਲ 'ਚ ਜਿਹੜੀ ਸਭ ਤੋਂ ਵੱਧ ਇਲਤੀ ਕਲਾਸ ਹੁੰਦੀ ਹੈ ਨਾ, ਮਾਸਟਰ ਬਾਹਰ ਨਿਕਲਦਾ ਨਹੀਂ, ਅੰਦਰ ਕਾਮਰਵਾਲੀ ਸ਼ੁਰੂ ਹੋ ਜਾਂਦੀ। ਹੁਣ ਕੱਲ ਦੇਖੋ ਕੀ ਹੁੰਦਾ, ਕੱਲ ਮਤੇ ਮੁਤੇ ਜੇ ਕੋਈ ਆਏ ਉਹ ਪੜ੍ਹਨਗੇ, ਇੱਕ ਦੂਜੇ ਨੂੰ ਤੂੰ ਤੜਾਕ ਵੀ ਹੋ ਸਕਦੀ ਹੈ ਕੱਲ, ਕਿਉਂਕਿ ਇੱਕ ਪਾਸੇ ਸਿੱਧੂ ਹੋਣਾ, ਇੱਕ ਪਾਸੇ ਮਜੀਠੀਏ ਤੇ ਸਿੱਧੂ ਦੀ ਤੂੰ ਤੜਾਕ ਤਾਂ ਮਸ਼ਹੂਰ ਹੀ ਬਹੁਤ ਹੈ, ਪਈ ਹੈ ਸੋਸ਼ਲ ਮੀਡੀਆ ਤੇ, ਲੋਕ ਸੁਣਦੇ ਹੋਣੇ ਹੁਣ ਵੀ। ਸੋ ਕਿਵੇਂ ਇੱਕ ਦੂਜੇ ਨੂੰ ਇੱਜ਼ਤ ਬਖਸ਼ੀ ਸੀ ਪਿਛਲੇ ਇੱਕ ਵਿਧਾਨ ਸਭਾ ਸੈਸ਼ਨ 'ਚ ਇਹਨਾਂ ਨੇ, ਐਨ ਇੱਕ ਦੂਜੇ ਤੇ ਤਹਿ ਲਾਤੀ ਜਿਹਨੂੰ ਪੰਜਾਬੀ 'ਚ ਕਹਿੰਦੇ। ਬਿਲਕੁਲ। ਤੇ ਕਈ ਵਾਰੀ ਹੋਇਆ, ਹੁਣ ਕਈ ਵਾਰੀ ਮਾਰਸ਼ਲਾਂ ਤੋਂ ਚੱਕ ਕੇ ਵਿਧਾਇਕ ਬਾਹਰ ਰਖਾਏ ਜਾਂਦੇ ਨੇ। ਆ ਬੈਂਸ ਉਹਨਾਂ ਨੂੰ ਵੀ ਬਾਹਰ ਇੱਕ ਵਾਰ ਰਖਾਇਆ ਸੀ ਅਕਾਲੀ ਦਲ ਦੇ ਰਾਜ 'ਚ, ਮਾਰਸ਼ਲ ਹੀ ਚੱਕ ਕੇ ਦੋਨੇ ਭਰਾਵਾਂ ਨੂੰ ਬਾਹਰ ਛੱਡ ਗਏ, ਬੜਾ ਰੌਲਾ ਰੱਪਾ ਪਿਆ। ਕਈ ਵਾਰੀ ਬਸ ਇਹ ਹੈ ਕਿ ਅੰਦਰ ਪੱਗ ਨਾ ਰੁਲੇ। ਕਈ ਵਾਰੀ ਪੰਜਾਬ ਦੀ ਵਿਧਾਨ ਸਭਾ ਜਦੋਂ ਪੱਗ ਰੁਲਦੀ ਹੈ ਨਾ ਜੀ, ਫਿਰ ਇਹ ਬੜਾ ਦੁੱਖ ਹੁੰਦਾ ਬਿਲਕੁਲ ਵੀ ਇਹ ਲੀਡਰ ਕੀ ਸੇਧ ਦੇ ਰਹੇ ਨੇ ਪੰਜਾਬ ਦੇ ਲੋਕਾਂ ਨੂੰ। ਸੋ ਸ਼ਾਂਤੀਪੂਰਵਕ ਤਰੀਕੇ ਨਾਲ, ਜਿਵੇਂ ਇਮਤਿਹਾਨ ਹੁੰਦੇ ਪੱਕੇ, ਐਨ ਚੰਗਾ ਸੁਪਰਡੈਂਟ ਕੁਸਕਣ ਨਹੀਂ ਦਿੰਦਾ ਕਿਸੇ ਨੂੰ, ਉਹੋ ਜਿਹਾ ਸਪੀਕਰ ਕੱਲ ਰੋਲ ਅਦਾ ਕਰਦੇ ਨੇ ਵੀ ਤੁਸੀਂ ਬਹਿ ਕੇ ਗੱਲ ਕਰਨੀ ਹੈ, ਕਿਸੇ ਨੇ ਕੁਸਕਣਾ ਨਹੀਂ, ਔਰ ਸੁਚਾਰੂ ਰੂਪ 'ਚ ਕਾਰਵਾਈ ਚੱਲੇ। ਮੈਨੂੰ ਇਹ ਲੱਗਦਾ ਕਿ ਕੱਲ ਪਹਿਲੇ ਦਿਨ 3 ਖੇਤੀ ਕਾਨੂੰਨਾਂ ਤੇ ਕੈਪਟਨ ਅਮਰਿੰਦਰ ਸੋਧ ਮਤੇ ਦੁਬਾਰਾ ਲਿਆ ਸਕਦੇ, ਮੈਨੂੰ ਲੱਗਦਾ। ਬਾਕੀ ਕੱਲ ਨਹੀਂ ਲਿਆਏ ਤੇ ਹੋ ਸਕਦਾ ਉਹ ਪਰਸੋਂ ਲਿਆਉਣ। ਹੁਣ ਅਗਰ ਉਹ ਕੱਲ ਲਿਆਉਂਦੇ ਨੇ 3 ਖੇਤੀ ਕਾਨੂੰਨਾਂ ਤੇ ਸੋਧ ਮਤੇ, ਉਸ ਤੋਂ ਬਾਅਦ ਕੀ ਰਿਐਕਸ਼ਨ ਹੋਏਗਾ ਵਿਰੋਧੀ ਪਾਰਟੀਆਂ ਦਾ, ਅਕਾਲੀ ਦਲ ਦਾ, ਆਮ ਆਦਮੀ ਪਾਰਟੀ ਦਾ, ਇਹਦੇ ਤੇ ਵੀ ਸਾਡੀ ਨਜ਼ਰ ਹੈ ਗਗਨ, ਬਣੀ ਰਹੂਗੀ। ਜੀ ਬਿਲਕੁਲ। ਸੋ ਕੱਲ ਦੀ ਗਿਣਤੀ ਦੇ ਉੱਤੇ ਵੀ ਨਿਗਾਹਾਂ ਜਿਹੜੀਆਂ ਰੱਖਾਂਗੇ, ਕਿਉਂਕਿ ਜੇਕਰ ਸੋਧ ਮਤੇ ਕੱਲ੍ਹ ਨੂੰ ਆਉਂਦੇ ਨੇ ਤਾਂ ਫਿਰ ਪਿਛਲੀ ਵਾਰ ਦੀ ਤਰ੍ਹਾਂ ਕੱਲ੍ਹ ਨੂੰ ਵੀ 115 ਦੇ 15 ਵਿਧਾਇਕ, ਕਿਉਂਕਿ 117 ਨੇ 2 ਭਾਜਪਾ ਦੇ ਨੇ ਤੇ ਉਹ ਤਾਂ ਮੌਜੂਦ ਹੋਣੇ ਸੁਭਾਵਿਕ ਨਹੀਂ ਹੈ ਕਿ ਉਹ ਨਹੀਂ ਹੋਣਗੇ। ਤੇ ਪਰ ਅਗਰ ਬੀਜੇਪੀ ਦੇ ਵਿਧਾਇਕ ਤਾਂ ਜਾਣਗੇ ਵਿਧਾਨ ਸਭਾ ਸੈਸ਼ਨ 'ਚ, ਇਹ ਹੋ ਸਕਦਾ ਅਗਰ ਸੋਧ ਮਤੇ ਆਉਂਦੇ ਉਹਦੇ ਤੇ ਖਿਲਾਫ ਵੋਟ ਪਾ ਦੇਣ, ਪਰ ਮੈਨੂੰ ਲੱਗਦਾ ਗੈਰ ਹਾਜ਼ਰ ਨਹੀਂ ਰਹਿੰਦੇ।
ਬੀਜੇਪੀ ਦੇ ਵਿਧਾਇਕ ਗੈਰ ਹਾਜ਼ਰ ਨਹੀਂ ਰਹਿੰਦੇ ਇਸ ਬਿਲਕੁਲ। ਸੋ ਅੱਜ ਦੇ ਦਿਨ ਦੇ ਵਿੱਚ ਵੇਖਦੇ ਹਾਂ ਕਿ ਆਖਰਕਾਰ ਵਿਧਾਨ ਸਭਾ ਦਾ ਕਿਹੋ ਜਿਹਾ ਰੂਪ ਬਣਦਾ ਹੈ, ਕਿਉਂਕਿ ਅੱਜ ਵਿਧਾਨ ਸਭਾ ਇੱਕ ਵੱਖਰੇ ਰੂਪ ਦੇ ਵਿੱਚ ਤੁਰਨੀ ਹੈ, ਕਿਉਂਕਿ ਕੱਲ ਸ਼ਰਧਾਂਜਲੀਆਂ ਸੀ ਤੇ ਅੱਜ ਜਿਹੜੀ ਅਸਲ ਕਾਰਵਾਈ ਵਿਧਾਨ ਸਭਾ ਦੀ ਸ਼ੁਰੂ ਹੋਣੀ ਹੈ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਇੱਕ ਦੁੱਧ ਦੇ ਰੇਟ ਨੂੰ ਲੈ ਕੇ ਬਹੁਤ ਚਰਚਾਵਾਂ ਨੇ ਕਿ ਹੁਣ ਕਿਸਾਨਾਂ ਨੇ ਐਲਾਨ ਕੀਤਾ ਹਰਿਆਣੇ ਦੇ ਵਿੱਚ ਕਿ 100 ਰੁਪਏ ਲੀਟਰ ਦੁੱਧ ਮਿਲੂਗਾ। ਇਸ ਨੂੰ ਲੈ ਕੇ ਹਰ ਪਾਸੇ ਚਰਚਾਵਾਂ ਸੀ ਕਿ ਹੁਣ ਕਿਸਾਨ ਮਹਿੰਗਾਈ ਕਰਨ ਲੱਗੇ ਨੇ। ਇਸ ਦੇ ਉੱਤੇ ਜਿਹੜਾ ਵਿਸਥਾਰ ਦੇ ਨਾਲ ਚਾਨਣਾ ਪਾਇਓ ਕਿ ਮਹਿੰਗਾ ਕਿਹਨਾਂ ਨੂੰ ਮਿਲਣਾ ਦੁੱਧ। ਦੇਖੋ, ਪਹਿਲਾਂ ਤਾਂ ਇੱਕ ਗੱਲ ਬੜੀ ਪਤਾ ਲੱਗੀ ਹੈ ਵੀ ਕਹਿੰਦੇ ਸਰਕਾਰ 25 30 ਰੁਪਏ ਟੈਕਸ ਵਸੂਲੀ ਜਾਂਦੀ ਹੈ ਕੇਂਦਰ ਵਾਲੀ, ਤੇ ਲਗਭਗ ਐਂ ਟੈਕਸ ਸੂਬੇ ਵਾਲੀ ਵਸੂਲਦੀ ਹੈ ਜੀ। ਇਹਦਾ ਮਤਲਬ ਹੈ ਜਿਹੜਾ ਪੈਟਰੋਲ ਲਗਭਗ 100 ਰੁਪਏ ਹੋ ਗਿਆ, ਇਹਦਾ ਮਤਲਬ ਹੈ ਇਹਦੇ ਤੇ 50-60 ਰੁਪਏ ਤਾਂ ਟੈਕਸ ਹੀ ਲੱਗਿਆ ਪਿਆ ਜੀ। ਤੇ ਜੇ ਸਰਕਾਰ ਆਪਣੀ ਆਮਦਨ ਲਈ, ਭਾਵੇਂ ਸੂਬੇ ਦੀ ਹੈ ਭਾਵੇਂ ਕੇਂਦਰ ਦੀ ਹੈ, ਅਗਰ ਸਰਕਾਰਾਂ ਆਪਣੀ ਆਮਦਨ ਲਈ ਪੈਟਰੋਲ ਡੀਜ਼ਲ ਤੇ ਇੰਨਾ ਟੈਕਸ ਲਾ ਕੇ ਉਸ ਪੈਟਰੋਲੀਅਮ ਪਦਾਰਥ ਨੂੰ 100 ਰੁਪਏ 'ਚ ਵੇਚ ਸਕਦੀ ਹੈ, ਤੇ ਕਿਸਾਨ ਜਿਹੜੇ ਉਹ ਵੀ ਤਾਂ ਇਸੇ ਮੁਲਕ ਦੇ ਵਸਿੰਦੇ ਨੇ, ਇਸੇ ਮੁਲਕ ਦੇ ਨਾਗਰਿਕ ਨੇ। ਅਗਰ ਉਹ ਆਪਣਾ ਕੋਈ ਸੰਸਥਾ ਬਣਾ ਕੇ ਅਗਰ ਉਹ 100 ਰੁਪਏ ਕਿਲੋ ਦੁੱਧ ਵੇਚਣਾ ਚਾਹੁੰਦੇ ਨੇ ਤੇ ਵੇਚ ਲੈਣ, ਕੀ ਇਤਰਾਜ਼ ਹੈ ਕਿਸੇ ਨੂੰ ਦੀ। ਬਿਲਕੁਲ। ਸਰਕਾਰ ਸਬਸਿਡੀ ਦੇ ਦੇ, ਹੈ ਜੀ, ਸਰਕਾਰ ਸਬਸਿਡੀ ਦੇ ਦੇ। ਸਰਕਾਰ ਕਹਿੰਦੀ ਹੈ ਨਾ ਵੀ ਅਸੀਂ ਪੈਟਰੋਲ ਡੀਜ਼ਲ ਤੇ ਸਬਸਿਡੀ ਵੀ ਦਿੰਦੇ ਹਾਂ ਜੀ, ਸਬਸਿਡੀ ਤੇ ਵੇਚਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਬਾਰੇ ਸਰਕਾਰ ਕਹਿੰਦੀ ਹੈ ਅਸੀਂ ਸਬਸਿਡੀਆਂ ਤੇ ਦਿੰਦੇ ਹਾਂ, ਦੁੱਧ ਤੇ ਸਰਕਾਰ ਸਬਸਿਡੀ ਦੇ ਦੇ। ਹੁਣ ਪਰ ਦੇਖੋ, ਇਹ ਕਿਸਾਨਾਂ ਲਈ ਇੰਨਾ ਆਸਾਨ ਨਹੀਂ। ਪਹਿਲੀ ਗੱਲ, ਇਹ ਭਾਵਨਾਵਾਂ 'ਚ ਲਿਆ ਗਿਆ ਫੈਸਲਾ ਜੀ। ਕਿਸਾਨਾਂ ਲਈ ਇੰਨਾ ਆਸਾਨ ਨਹੀਂ, ਕਿਉਂਕਿ ਕਿਸਾਨਾਂ ਦੀ ਵਿਚਾਰਿਆਂ ਦੀ ਮਜਬੂਰੀ ਵੀ ਹੈ ਨਾ, ਸਾਡੀ ਸਾਰਿਆਂ ਦੀ। ਆਪਾਂ ਵੀ ਕਿਸਾਨ ਹੀ ਹਾਂ ਵੀ ਆਪਾਂ 100 ਰੁਪਏ ਜੇ ਕਰਤਾ, ਜੇ ਕੋਈ ਖਰੀਦਣ ਨਾ ਆਇਆ ਤੇ ਤਾਂ ਵੀ ਕੀ ਕਰਾਂਗੇ, ਖਰਾਬ ਹੋ ਜਾਣਾ। ਪਨੀਰ ਕਿੰਨੇ ਕੁ ਦਿਨ ਖਾ ਲਾਂਗੇ ਆਪਾਂ ਘਰੇ ਬਣਾ। ਸੋ ਆਪਣੇ ਤੋਂ ਸਾਂਭ ਵੀ ਨਹੀਂ ਹੋਣਾ, ਕਿਉਂਕਿ ਡੰਗਰਾਂ ਨੇ ਤਾਂ ਹਰਾ ਚਾਰਾ ਵੀ ਮੰਗਣਾ, ਫੀਡ ਮੰਗਣੀ। ਅੱਜ ਕੱਲ੍ਹ ਤਾਂ ਫੀਡ ਕਹਿੰਦੇ ਅੰਗਰੇਜ਼ੀ 'ਚ ਜੀ। ਪਸ਼ੂਆਂ ਨੇ ਫੀਡ ਮੰਗਣੀ। ਹੁਣ ਇਸ ਕਰਕੇ ਇਹ ਇੱਕ ਸੰਕੇਤਕ ਰੋਸ ਹੈ ਸਰਕਾਰ ਨੂੰ ਦਿਖਾਉਣ ਲਈ ਵੀ ਦੇਖੋ ਅਸੀਂ 100 ਰੁਪਏ ਦਾ ਦੁੱਧ ਕਰਾਂਗੇ ਹੁਣ, ਕਿਉਂਕਿ ਇਹ ਅਸੰਗਠਿਤ ਖੇਤਰ ਹੈ। ਖੇਤੀਬਾੜੀ ਇੱਕ ਅਸੰਗਠਿਤ ਖੇਤਰ ਹੈ। ਅੰਗਰੇਜ਼ੀ 'ਚ ਇਹਨੂੰ ਕਹਿੰਦੇ ਨੇ ਅਨਆਰਗਨਾਈਜ਼ਡ ਸੈਕਟਰ। ਅਨਆਰਗਨਾਈਜ਼ਡ ਸੈਕਟਰ ਮਤਲਬ ਕਿ ਇਹਦੇ 'ਚ ਸਰਕਾਰ ਨੇ ਸਾਰੀਆਂ ਚੀਜ਼ਾਂ ਬਹੁਤ ਸੰਗਠਿਤ ਨਹੀਂ ਕੀਤੀਆਂ, ਬਹੁਤ ਆਰਗੇਨਾਈਜ਼ਡ ਨਹੀਂ ਕੀਤੀਆਂ, ਬਹੁਤ ਉਸਾਰੂ ਨਹੀਂ ਕੀਤੀਆਂ, ਸੁਚਾਰੂ ਨਹੀਂ ਕੀਤੀਆਂ, ਬਹੁਤ ਯੋਜਨਾਬੱਧ ਤਰੀਕੇ ਨਾਲ ਕਾਰੋਬਾਰ ਨਹੀਂ ਹੁੰਦਾ ਖੇਤੀਬਾੜੀ ਦਾ। ਇਹ ਅਸੰਗਠਿਤ ਖੇਤਰ ਦੀ ਪਛਾਣ ਹੈ ਜੀ। ਅਸੰਗਠਿਤ ਖੇਤਰ 'ਚ ਸਰਕਾਰ ਕੋਲੇ ਪੂਰੇ ਆંકੜੇ ਨਹੀਂ ਹੁੰਦੇ। ਦੇਖੋ, ਅੱਜ ਵੀ ਸਰਕਾਰ ਕੋਲੇ ਅਸਲ ਸਥਿਤੀ ਨਹੀਂ ਹੈ ਕਿਸਾਨਾਂ ਦੀ, ਕਿ ਦੁੱਧ ਪੈਦਾ ਕਰਨ ਵਾਲੇ ਵੀ ਬੜੇ ਔਖੇ ਨੇ, ਡੈਰੀਆਂ ਵਾਲੇ। ਪਸ਼ੂ ਬਿਮਾਰ ਹੋ ਜਾਂਦੇ ਨੇ, ਕਿੰਨਾ ਖਰਚਾ ਆਉਂਦਾ। ਕਈ ਵਾਰੀ ਕਿਸਾਨ ਬਿਮਾਰ ਹੁੰਦੇ, ਉਹ ਆਪਣਾ ਟੀਕਾ ਨਹੀਂ ਕਰਾਉਂਦਾ ਗਗਨ, ਉਹ ਕਹਿੰਦਾ ਮੈਂ ਆਪਣੇ ਡੰਗਰ ਦੇ ਦਵਾਈ ਦਵਾ ਦਿਆਂ ਡਾਕਟਰ ਤੋਂ ਬੁਲਾ ਕੇ। ਹੁਣ ਇਹ ਸਥਿਤੀਆਂ ਨੇ ਕਿ ਕਿਸਾਨ ਰੋਸ ਵਜੋਂ ਕਹਿ ਰਹੇ ਨੇ। ਹੁਣ ਸਰਕਾਰ, ਅਗਰ ਸਰਕਾਰੀ ਸੰਸਥਾਵਾਂ, ਸਰਕਾਰੀ ਸਮਿਤੀਆਂ, ਅਗਰ ਉਹਨਾਂ ਨੂੰ ਕਿਸਾਨ ਸਫਲ ਹੋ ਜਾਂਦੇ ਨੇ 100 ਰੁਪਏ ਦਾ ਦੁੱਧ ਵੇਚਣ ਲਈ, ਤੇ ਉਹਦੇ ਨਾਲ ਗੱਲ ਸਰਕਾਰ ਤੱਕ ਜਾਊਗੀ ਵੀ ਕਿਸਾਨਾਂ ਦੀ ਗੱਲ ਸਾਨੂੰ ਸੁਣਨੀ ਪੈਣੀ ਹੈ ਜੀ। ਔਰ ਕਿਸਾਨਾਂ ਦੇ 100 ਰੁਪਏ ਦੇ ਐਲਾਨ ਨਾਲ ਇਹ ਗੱਲ ਸਮਝ ਆਉਂਦੀ ਹੈ ਕਿ ਕਿਸਾਨ ਕਿੰਨਾ ਮਜਬੂਰੀ ਦੇ ਵਿੱਚ ਖੇਤੀਬਾੜੀ ਕਰ ਰਿਹਾ। ਬਿਲਕੁਲ। ਤੁਸੀਂ ਦੇਖੋ, ਕਣਕ ਝੋਨੇ ਦਾ ਜਿਹੜਾ ਰੇਟ ਹੈ, ਆਟੇ ਦਾ ਰੇਟ ਹੈ, ਜਿਹੜਾ ਕਿਸਾਨ ਤੋਂ ਕਿੰਨਾ ਸਸਤਾ ਲਿਆ ਜਾਂਦਾ, ਤੇ ਬਾਜ਼ਾਰ 'ਚ ਉਹੀ ਕਿਸਾਨ ਜਦੋਂ ਬੋਰੀ ਖਰੀਦਦਾ ਕਿੱਡਾ ਮਹਿੰਗਾ। ਬਿਲਕੁਲ। ਹੁਣ ਇਹ ਤਾਂ ਹੁਣ ਮੈਨੂੰ ਲੱਗਦਾ ਕੁਦਰਤ ਕਿਸੇ ਸਮੇਂ ਇਨਸਾਫ ਕਰੂ ਕਿਸਾਨਾਂ ਦੇ ਨਾਲ ਜੀ। ਕੁਦਰਤੀ ਇਨਸਾਫ ਕਰੂ। ਕੋਈ ਮੀਂਹ ਪਾਊ ਚੰਗਾ, ਜ਼ਮੀਨ ਨੂੰ ਤਾਕਤ ਦੇ ਦੂ ਰਾਤੋਂ ਰਾਤ। ਕੋਈ ਕੁਦਰਤ ਜਿਹਾ ਕੰਮ ਕਰ ਦੂ ਵੀ ਖਾਦਾਂ ਪਾਉਣ ਦੀ ਲੋੜ ਨਹੀਂ, ਕੀੜੇ ਖਰਾਬ ਨਹੀਂ ਕਰਨਗੇ, ਚੂਹੇ ਖਰਾਬ ਨਹੀਂ ਕਰਨਗੇ ਫਸਲ, ਸੱਪਾਂ ਦਾ ਡਰ ਖਤਮ ਹੋ ਜੂ ਖੇਤਾਂ 'ਚ, ਪਾਣੀ ਲੱਗੇ ਖੇਤ 'ਚ। ਇਹ ਕੁਦਰਤੀ ਕੋਈ ਇਹੋ ਜਿਹਾ ਇਨਸਾਫ ਕਰੂ ਵੀ ਪਾਣੀ ਦਾ ਪੱਧਰ ਅਚਾਨਕ ਹੀ ਉੱਚਾ ਆ ਜਾਵੇ, ਵੀ ਸਵੇਰ ਨੂੰ ਕਿਸਾਨ ਉੱਠਣ ਪਾਣੀ ਦਾ ਪੱਧਰ ਉੱਚਾ, ਕਿਉਂਕਿ ਕਿਸਾਨ ਦੇ ਖਰਚੇ ਇਹਨਾਂ ਸਾਰੀਆਂ ਚੀਜ਼ਾਂ 'ਤੇ ਹੁੰਦੇ ਆ। ਨਦੀਨਾਂ ਨੂੰ ਸਾਂਭਣਾ, ਕੀਟਨਾਸ਼ਕ, ਨਦੀਨਨਾਸ਼ਕ, ਖਾਦਾਂ ਪਾਉਣੀਆਂ, ਜ਼ਮੀਨ 'ਚ ਉਪਜਾਊ ਸ਼ਕਤੀ ਘਟੀ ਜਾਂਦੀ ਹੈ, ਜਿਪਸਮ ਕਮਜ਼ੋਰ ਹੋਈ ਜਾਂਦਾ, ਪਾਣੀ ਦਾ ਤਲ ਹੇਠਾਂ ਡਿੱਗੀ ਜਾਂਦਾ। ਕਈ ਕਿਸਾਨ ਗਗਨ ਆਪਣੀ ਧੀ ਦਾ ਵਿਆਹ ਰੋਕ ਦਿੰਦੇ ਵੀ ਐਤਕੀ ਸਮਰਸੀਬਲ ਪੰਪ ਨੀਵਾਂ ਕਰਾਉਣਾ, ਬਿਲਕੁਲ, ਬੋਰ ਕਰਾਉਣਾ ਖੇਤ ਲਈ। ਪੜ੍ਹਾਈਆਂ ਰੁਕ ਜਾਂਦੀਆਂ ਬੱਚਿਆਂ ਦੀਆਂ, ਪੈਸੇ ਹੈ ਨਹੀਂ, ਵੀ ਜੇ ਪੰਪ ਨਾ ਕਰਾਇਆ ਤਾਂ ਕੀ ਕਰਾਂਗੇ। ਸੋ ਇਸ ਕਰਕੇ ਇਸ ਦੁੱਖ 'ਚ ਕਿਸਾਨ ਇਹੋ ਜਿਹੇ ਫੈਸਲੇ ਕਰਦੇ ਨੇ। ਔਰ ਅਗਰ ਕਿਸਾਨ ਇਹਨੂੰ ਕਰਨ 'ਚ ਕਾਮਯਾਬ ਹੋ ਜਾਣ, ਦੇਖੋ ਕਿਸਾਨਾਂ ਨੇ ਸੰਕੇਤਕ ਕਿਹਾ, ਕਹਿੰਦੇ ਅਸੀਂ ਗੋਹਾ ਚਾਰਾ ਤੂੜੀ ਟੈਕਸ ਲਾ ਕੇ ਦੁੱਧ ਵੇਚਾਂਗੇ। ਗੱਲ ਸਹੀ ਆ ਗਈ ਨਾ ਜੀ, ਗੋਹੇ ਨੂੰ ਵੀ ਸਾਂਭਣਾ ਪੈਂਦਾ।
ਤੂੜੀ ਨੂੰ, ਪਰਾਲੀ ਕਹਿੰਦੇ ਸਾੜੋ ਨਾ, ਹੈ ਜੀ। ਹੁਣ ਤੁਸੀਂ ਕਿਸਾਨ ਦੀਆਂ ਸਥਿਤੀਆਂ ਦੇਖੋ ਕੀ ਹੈ। ਸੋ ਇਹ ਬੀਜੇਪੀ ਨੂੰ ਸੋਚਣਾ ਚਾਹੀਦਾ ਇਸ ਪਾਸੇ ਬਹੁਤ ਗੰਭੀਰਤਾ ਦੇ ਨਾਲ। ਬੀਜੇਪੀ ਕੀ ਸਾਰੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ। ਬਿਲਕੁਲ। ਸੋ ਇਹ ਜਿਹੜਾ ਐਲਾਨ ਹੈ ਕਿਸਾਨਾਂ ਦੇ ਵੱਲੋਂ ਸੰਕੇਤਕ ਤੌਰ ਦੇ ਉੱਤੇ ਹਰਿਆਣੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਕੀਤਾ ਗਿਆ ਹੈ ਕਿ ਅਸੀਂ ਜਿਹੜਾ ਸਰਕਾਰੀ ਅਦਾਰਿਆਂ ਨੂੰ ਜਿਹੜਾ ਦੁੱਧ ਹੈ ਹੁਣ ਅਸੀਂ 100 ਰੁਪਏ ਲੀਟਰ ਦੇਵਾਂਗੇ। ਆਮ ਲੋਕਾਂ ਨੂੰ ਉਹੀ ਆਮ ਜੋ ਦਿਨਾਂ ਦੇ ਵਿੱਚ ਮਿਲਦਾ ਉਸੇ ਤਰ੍ਹਾਂ ਮਿਲੇਗਾ। ਆਮ ਲੋਕਾਂ ਨੂੰ ਤਾਂ ਕਿਸਾਨ ਮੁਫਤ 'ਚ ਵੀ ਪਿਲਾ ਦਿੰਦੇ। ਬਿਲਕੁਲ। ਜੇ ਕਿਸੇ ਗਰੀਬ ਦੇ ਘਰੇ ਨਾ ਹੋਵੇ ਪੈਸਾ ਤੇ ਮੁਫਤ 'ਚ ਵੀ ਦੇ ਆਉਂਦਾ ਦੁੱਧ। ਬਿਲਕੁਲ। ਤੇ ਡੱਲਾ ਸਾਹਿਬ ਜਾਂਦੇ ਜਾਂਦੇ ਇੱਕ ਟਿੱਪਣੀ ਕੈਬਨਿਟ ਦੀ ਬੈਠਕ ਦੇ ਵਿੱਚ ਬੀਤੇ ਦਿਨੀ ਅਹਿਮ ਫੈਸਲਾ ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਲਿੱਤਾ ਗਿਆ, ਉਸ ਦੇ ਉੱਤੇ ਜ਼ਰੂਰ ਟਿੱਪਣੀ ਦੇਵਾਂਗਾ। ਦੇਖੋ 34 ਮ੍ਰਿਤਕ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਸਿੱਧੂ ਲੰਮੇ ਸਮੇਂ ਤੋਂ ਇਹਦੇ 'ਚ ਲੱਗਿਆ ਸੀ, ਸਰਕਾਰ ਨੇ ਵਾਅਦਾ ਕੀਤਾ ਸੀ, ਸਰਕਾਰ ਲੱਗੀ ਹੋਈ ਸੀ। ਸੋ 34 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਯੋਗਤਾ ਦੇ ਮੁਤਾਬਕ ਵੱਖ-ਵੱਖ ਮਹਿਕਮਿਆਂ 'ਚ ਸਰਕਾਰੀ ਨੌਕਰੀਆਂ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪਰ ਰੱਬ ਸੁੱਖ ਰੱਖੇ, ਸਾਲ ਰਹਿ ਗਿਆ ਸਰਕਾਰ ਨੂੰ, ਨੌਕਰੀਆਂ ਦੇ ਜਾਣ। ਜੀ। ਕਈ ਵਾਰੀ ਨਾ ਨੌਕਰੀਆਂ ਦਾ ਐਲਾਨ ਹੋ ਜਾਂਦਾ ਹੈ ਤੇ ਲੋਕਾਂ ਨੂੰ ਲੱਗਦਾ ਲਓ ਜੀ ਸਰਕਾਰ ਨੇ ਨੌਕਰੀਆਂ ਦੇ ਦਿੱਤੀਆਂ। ਜਦ ਤੱਕ ਇਹ 34 ਲੋਕ, ਇਹਨਾਂ ਦੇ ਪਰਿਵਾਰਕ ਮੈਂਬਰ ਨੌਕਰੀਆਂ ਤੇ ਲੱਗ ਨਹੀਂ ਜਾਂਦੇ ਤਦ ਤੱਕ ਇਹ ਸਿਰਫ ਵਾਅਦਾ ਹੈ। ਸੋ ਆ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੂੰ ਗੁਜ਼ਾਰਿਸ਼ ਵੀ ਆ ਵੀ ਕਿਤੇ ਲੱਡੂ ਨਾ ਵੰਡਣ ਲੱਗ ਜਿਓ ਵੀ ਸਾਡੀ ਸਰਕਾਰ ਨੇ ਨੌਕਰੀਆਂ ਦਿੱਤੀਆਂ ਜੀ। ਸੋ ਅਸੀਂ ਕੀਮਤੀ ਜਾਨਾਂ ਸਾਂਭ ਨਹੀਂ ਸਕੇ। 4 ਸਾਲ ਬਾਅਦ ਇਹ ਸਰਕਾਰ ਨੇ ਫੈਸਲਾ ਕੀਤਾ। ਸੋ 19 ਅਕਤੂਬਰ 2018 ਨੂੰ ਸਾਨੂੰ ਪਤਾ ਅੰਮ੍ਰਿਤਸਰ 'ਚ ਇੱਕ ਘਟਨਾ ਵਾਪਰੀ ਸੀ। 58 ਦੁਨੀਆ ਤੋਂ ਚਲੇ ਗਏ ਸੀ, 71 ਜ਼ਖਮੀ ਹੋਏ ਸੀ। ਸੋ ਹੁਣ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਨੇ ਔਰ ਪਤਾ ਨਹੀਂ ਨੌਕਰੀ ਹੁਣ ਮਿਲਣੀ ਕਦੋਂ ਹੈ। ਤਾਂ ਐਲਾਨ ਹੋਇਆ ਗਗਨ ਜੀ, ਇਹ ਐਲਾਨ ਜਿਹੜਾ ਚੰਗਾ ਹੋਇਆ ਤੇ ਅਮਲ ਹੋ ਜੇ ਤੇ ਬੜੀ ਚੰਗੀ ਗੱਲ ਹੈ। ਬਿਲਕੁਲ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਵੀ ਕੋਈ ਨਾ ਕੋਈ ਅਪਡੇਟ ਸਰਕਾਰੀ ਤੌਰ ਦੇ ਉੱਤੇ ਜ਼ਰੂਰ ਆਏਗੀ ਕਿ ਦੇ ਦਿੱਤੀਆਂ ਗਈਆਂ ਨੇ ਨੌਕਰੀਆਂ। ਸੋ ਉਮੀਦ ਕਰਾਂਗੇ ਕਿ ਅਜਿਹੀਆਂ ਅਪਡੇਟ ਆਉਣ ਤੇ ਅੱਜ ਦੇ ਵਿਧਾਨ ਸਭਾ ਸੈਸ਼ਨ ਦੇ ਉੱਤੇ ਨਿਗਾਹਾਂ ਰੱਖਾਂਗੇ। ਦਿਨ ਭਰ ਦੇ ਵਿੱਚ ਜੋ ਕੁਝ ਵੱਟਾ ਹੋਏਗਾ ਲਗਾਤਾਰ। ਬਿਲਕੁਲ। ਪਰ ਜਾਂਦੇ ਜਾਂਦੇ ਕੁਝ ਇੰਪੋਰਟੈਂਟ ਬਿਆਨ ਨੇ ਜਿਹੜੇ ਬੜੇ ਅਹਿਮ ਬਿਆਨ ਨੇ ਜਿਹੜੇ ਉਹ ਜ਼ਰੂਰ ਤੁਸੀਂ ਸੁਣ ਲਓ। ਵਿਧਾਨ ਸਭਾ ਦੇ ਅੰਦਰ ਇੱਕ ਪਰੰਪਰਾ ਹੈ ਕਿ ਗਵਰਨਰ ਨੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲੇ ਐਡਰੈਸ ਕਰਨਾ ਹੁੰਦਾ ਔਰ ਵਿਧਾਨ ਸਭਾ ਤੋਂ ਬਾਹਰ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਔਰ ਪੰਜਾਬ ਦੇ ਲੋਕਾਂ ਦੇ ਨਾਲ ਜਿਸ ਤਰੀਕੇ ਦਾ ਕੇਂਦਰ ਦਾ ਵਤੀਰਾ ਹੈ, ਉਹ ਜਿਹੜਾ ਗਵਰਨਰ ਪੰਜਾਬ ਹੈ ਔਰ ਬੀਜੇਪੀ ਦਾ ਬੁਲਾਰਾ ਬਣਿਆ ਹੋਇਆ। ਅਸੀਂ ਚਾਹੁੰਦੇ ਹਾਂ ਕਿ ਗਵਰਨਰ ਪੰਜਾਬ ਜਿਹੜਾ ਉਹ ਸਿਧਾਂਤਾਂ ਦਾ ਪਾਲਨ ਕਰੇ, ਉਹ ਮਰਿਆਦਾ ਦਾ ਪਾਲਨ ਕਰੇ, ਉਹ ਸੰਵਿਧਾਨ ਦੀ ਰੱਖਿਆ ਕਰੇ। ਲੇਕਿਨ ਗਵਰਨਰ ਪੰਜਾਬ ਬੀਜੇਪੀ ਦੀ ਬੋਲੀ ਬੋਲ ਰਿਹਾ। ਪਿਛਲੇ ਸਾਲ ਵਿਧਾਨ ਸਭਾ ਦੇ ਅੰਦਰ ਅਸੀਂ ਕੁਝ ਕਾਨੂੰਨਾਂ ਨੂੰ ਨਵਿਆਂ ਬਣਾ ਕੇ ਔਰ ਕਾਨੂੰਨਾਂ ਦੇ ਵਿੱਚ ਅਮੈਂਡਮੈਂਟ ਕਰਕੇ ਔਰ ਕੁਝ ਕਾਨੂੰਨਾਂ ਨੂੰ ਰੱਦ ਕਰਕੇ ਇਹ ਗਵਰਨਰ ਕੋਲ ਭੇਜਿਆ ਸੀ। ਗਵਰਨਰ ਦੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਵਿਧਾਨ ਸਭਾ ਵੱਲੋਂ ਪਾਸ ਕੀਤੇ ਹੋਏ ਮਤੇ ਉਹ ਰੋਕ ਲੇ। ਦੇਖੋ ਪ੍ਰਸ਼ਾਂਤ ਕਿਸ਼ੋਰ ਜੀ ਸਾਡੇ 2017 ਦੇ ਵਿੱਚ ਉਦੋਂ ਯੂਪੀ ਦੇ ਵਿੱਚ ਵੀ ਤੇ ਦੋਨੋਂ ਜਗ੍ਹਾ ਉਹਨਾਂ ਦਾ ਬਹੁਤ ਅਹਿਮ ਰੋਲ ਸੀ ਕਿਉਂਕਿ ਜਿਹੜੀਆਂ ਇਲੈਕਸ਼ਨਾਂ ਅਸੀਂ ਜਿੱਤੀਆਂ ਉਹਦੇ ਵਿੱਚ ਬੜਾ ਵੱਡਾ ਰੋਲ ਪ੍ਰਸ਼ਾਂਤ ਕਿਸ਼ੋਰ ਜੀ ਦਾ ਸਾਡੀ ਪਾਰਟੀ ਦੇ ਨਾਲ ਇੱਕ ਕੰਬੀਨੇਸ਼ਨ ਬਣਾ ਕੇ ਕੰਮ ਕੀਤਾ ਤੇ ਅਸੀਂ ਬੜੀ ਵੱਡੀ ਜਿੱਤ ਆ ਜਿਹੜੀ ਉਹ ਹਾਸਲ 2014 ਚ ਕੀਤੀ। ਕੱਲੀ ਕੱਲੀ ਜਗ੍ਹਾ ਉਹਨਾਂ ਨੇ ਇਸ 'ਚ ਭਰਤੀ ਕੀਤੀ, ਚਾਹੇ ਕੱਲੀ ਕੱਲੀ ਜਗ੍ਹਾ ਜਾ ਕੇ ਉਹਨਾਂ ਨੇ ਅਲੱਗ-ਅਲੱਗ ਮੁੱਦੇ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਣਾ ਜੀ ਨੂੰ ਉਹ ਲੈ ਕੇ ਲੋਕਾਂ 'ਚ, ਨੌਜਵਾਨਾਂ 'ਚ, ਕਿਸਾਨਾਂ 'ਚ ਉਹ ਰੱਖੇ। ਤੇ ਹੁਣ ਜਿਹੜਾ ਇੰਪਲੀਮੈਂਟ ਕਰਨ ਵਾਲੀ ਗੱਲ ਆ 2017 'ਚ, ਹੁਣ ਜਿਹੜੀ 1 ਸਾਲ ਆ, ਜੇ ਕੋਈ ਗੱਲ ਰਹਿ ਗਈ ਹੋਊਗੀ ਤੇ ਮੈਨੂੰ ਲੱਗਦਾ 1 ਸਾਲ 'ਚੋਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਲੱਗ ਕੇ ਉਹ ਸਾਰੀਆਂ ਗੱਲਾਂ ਹੈ ਜਿਹੜੀਆਂ ਆ 22 ਦੀ ਇਲੈਕਸ਼ਨ ਤੋਂ ਪਹਿਲਾਂ ਹੈ ਉਹਨੂੰ ਬਹੁਤ ਸੱਜੇ ਢੰਗ ਨਾਲ ਤੇਜ਼ੀ ਲਿਆ ਕੇ, ਕਿਉਂਕਿ ਉਹ ਇੱਕ ਪ੍ਰਿੰਸੀਪਲ ਐਡਵਾਈਜ਼ਰ ਲੱਗੇ ਨੇ ਤੇ ਜਿਹਦੇ ਨਾਲ ਬਹੁਤ ਵੱਡਾ ਸਰਕਾਰ ਨੂੰ ਤੇ ਦੋਨੋਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕੰਮ ਕਰਨ 'ਚ ਬੜਾ ਫਾਇਦਾ ਹੋਏਗਾ। ਤੇ ਤੁਸੀਂ ਦੇਖੋਗੇ ਬੜੀ ਤੇਜ਼ੀ ਆ ਜਿਹੜੀ ਇਸ ਸਾਲ ਦੇ ਵਿੱਚ, ਕਿਉਂਕਿ ਮਹੀਨੇ ਤਾਂ 11 ਹੀ ਰਹਿ ਗਏ ਆ, ਮਾਰਚ ਤਾਂ ਸ਼ੁਰੂ ਹੋ ਗਿਆ ਤੇ ਅਗਲੀ ਫਰਵਰੀ ਤੱਕ ਚੋਣਾਂ ਆ ਜਾਣੀਆਂ ਤੇ ਬਹੁਤ ਤੇਜ਼ੀ ਨਾਲ ਜਿਹੜੇ ਕੰਮ ਰਹਿ ਗਏ ਨੇ ਉਹ ਨਾਲ ਲੱਗ ਕੇ ਮੋਢਾ ਨਾਲ ਮੋਢਾ ਲਾ ਕੇ ਉਹ ਕੰਮ ਆ ਜਿਹੜੇ ਤੁਸੀਂ ਦੇਖੋਗੇ ਇੱਕਦਮ ਪੂਰੇ ਹੋ ਜਾਣਗੇ। 4 ਸਾਲ ਲਗਾਤਾਰ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਔਨ ਬਿਹਾਫ ਆਫ ਕਾਂਗਰਸ ਪਾਰਟੀ ਦੀ ਸਰਕਾਰ ਔਨ ਬਿਹਾਫ ਆਫ ਕੈਪਟਨ ਸਾਹਿਬ ਲਗਾਤਾਰ ਝੂਠ ਬੋਲਦੇ ਰਹੇ। ਅੱਜ 5ਵਾਂ ਸਾਲ ਆ, ਅੰਤਮ ਬਜਟ ਸੈਸ਼ਨ ਜਿਹੜਾ ਉਹ ਇਸ ਸੈਸ਼ਨ ਦੇ ਵਿੱਚ ਆਉਣਾ ਗਾ। 5ਵੀਂ ਵਾਰ ਵੀ ਅੱਜ ਮੈਂ ਸਮਝਦਾ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ
ਅੱਜ ਬਹੁਤ ਵੱਡਾ ਝੂਠ ਬੋਲ ਕੇ ਗਏ ਨੇ। ਜਿਹੜਾ 26ਵੇਂ 27ਵਾਂ ਪੈਰਾ ਸੀਗਾ ਇਸ ਜਿਹੜੀ ਬਜਟ ਸਪੀਚ ਆ 26ਵੇਂ ਤੇ 27ਵਾਂ ਪੈਰਾ ਜਿਹੜਾ ਗਾ ਉਹ ਗਵਰਨਰ ਸਾਹਿਬ ਨੇ ਸਕਿਪ ਕੀਤਾ ਗਾ। 26ਵੇਂ ਤੇ 27ਵਾਂ ਪੈਰਾ ਗਵਰਨਰ ਸਾਹਿਬ ਨੇ ਨਹੀਂ ਬੋਲਿਆ। ਉਹ ਦੋਨੇ ਪੈਰਿਆਂ ਦੇ ਵਿੱਚ ਕਾਲੇ ਕਾਨੂੰਨਾਂ ਦਾ ਵਰਣਨ ਸੀਗਾ। ਗਵਰਨਰ ਸਾਹਿਬ ਨੇ ਔਰ ਬੀਜੇਪੀ ਨੇ ਜੇ ਇਸ ਗੱਲ ਤੇ ਉਹ ਸਹਿਮਤ ਹੈ ਫਿਰ ਤਗੜੇ ਹੋ ਕੇ ਗਵਰਨਰ ਦਾ ਵਿਰੋਧ ਕਰੋ। ਅਸੀਂ ਸਰਬਸੰਮਤੀ ਨਾਲ ਤੁਹਾਡੇ ਚੱਲੇ ਸੀ, ਤੁਹਾਡੇ ਨਾਲ ਚੱਲੇ ਸੀ, ਤੁਸੀਂ ਆ ਸਰਬਸੰਮਤੀ ਨਾਲ ਕਿਸਾਨਾਂ ਦੇ ਹੱਕ 'ਚ ਹੋ ਤੇ ਫਿਰ ਗਵਰਨਰ ਦਾ ਵਿਰੋਧ ਕਰੋ, ਨਹੀਂ ਤਾਂ ਫਿਕਸਡ ਮੈਚ ਜਵਾਬ ਚਾਹੀਦਾ ਗਵਰਨਰ ਤੋਂ। ਔਰ ਇਸ ਤਰ੍ਹਾਂ ਨਹੀਂ ਚੱਲੂਗਾ ਕਿ ਫਿਕਸਡ ਮੈਚ ਚੱਲੇ। ਅੱਜ ਫਿਰ ਕਾਹਦਾ ਘਰਾਓ ਇਹਨਾਂ ਦਾ? ਗੋ ਬੈਕ ਕੇ ਨਾਰੇ ਲਗਾਏ ਗੋ ਬੈਕ ਇਸ ਲਈ ਲਾਏ ਆ ਜੀ ਜਿਹੜਾ ਪੰਜਾਬ ਦੀ ਕਿਸਾਨੀ ਦੇ ਦਰਦ ਨੂੰ ਨਹੀਂ ਸਮਝਦਾ, ਪੰਜਾਬ ਵਿਧਾਨ ਸਭਾ ਦੀ ਦਰਦ ਨੂੰ ਨਹੀਂ ਸਮਝਦਾ, ਉਹਦਾ ਇੱਥੇ ਗਵਰਨਰ ਉਹਦੇ ਲਈ ਰੈੱਡ ਕਾਰਪੇਟ ਕਾਂਗਰਸ ਵਿਛਾਵੇ, ਉਹ ਸਾਨੂੰ ਮਨਜ਼ੂਰ ਨਹੀਂ। ਇਹ ਫਿਕਸਡ ਮੈਚ ਨਹੀਂ ਚੱਲੂਗਾ। ਜਿਹੜਾ ਪੰਜਾਬ ਦੇ ਵਿਧਾਨ ਸਭਾ ਦੇ ਅੰਦਰ ਆਪਣੇ ਵੱਲੋਂ ਲਿਖਿਆ ਹੋਇਆ ਪੰਜਾਬ ਦੇ ਗਵਰਨਰ ਕੋਲੋਂ, ਉਸ ਗਵਰਨਰ ਕੋਲੋਂ ਜਿਹਨੇ 115 ਐਮਐਲਏ ਸਾਹਿਬਾਨ ਦੀ ਤੋਹੀਨ ਕੀਤੀ, ਇੱਕ ਤਰ੍ਹਾਂ ਮਿਲਣਾ ਵੀ ਮੁਨਾਸਬ ਨਹੀਂ ਸਮਝਿਆ। ਜਦੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਿਛਲੇ ਸੈਸ਼ਨ ਦੇ ਦੌਰਾਨ ਜੋ ਕੁਛ ਉੱਤੇ ਪਾਸ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਐਮਐਲਏ ਸਾਹਿਬਾਨ ਦੇ ਨਾਲ ਗਵਰਨਰ ਸਾਹਿਬ ਕੋਲ ਗਏ ਸੀ, ਜਿਸ ਤਰ੍ਹਾਂ ਦਾ ਉਹਨਾਂ ਨੇ ਵਰਤਾਓ ਕੀਤਾ ਸੀਗਾ ਤਾਂ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਇੱਕ ਉਹ ਗਵਰਨਰ ਹੋਵੇ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਮੋਦੀ ਸਰਕਾਰ ਦਾ ਉਹ ਸੂਬੇਦਾਰ ਹੋਵੇ ਤੇ ਉਹਦੇ ਸੂਬੇਦਾਰ ਦੀ ਤੁਸੀਂ ਰੈੱਡ ਕਾਰਪਟ ਵਿਛਾ ਕੇ ਉਹ ਆਉਂਦੇ ਸਿੱਧਾ ਆਉਂਦੇ ਆਪਦੀ ਡਿਊਟੀ ਨਿਭਾਉਂਦੇ। ਚਲੋ ਅਸੀਂ ਫਿਰ ਵੀ ਸਵੀਕਾਰ ਕਰ ਲੈਂਦੇ ਕਿ ਗਵਰਨਰ ਸਾਹਿਬ ਨੇ ਪਹਿਲੇ ਦਿਨ ਆਉਣਾ ਸੀ, ਗਵਰਨਰ ਐਡਰੈਸ ਦੇਣਾ ਸੀਗਾ। ਜਿਸ ਤਰੀਕੇ ਨਾਲ ਵੈਲਕਮ ਕੀਤਾ ਗਿਆ ਆ ਉੱਥੋਂ ਫਿਰ ਪਤਾ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਾਂ ਉਹਦੀ ਸਰਕਾਰ ਦੀ ਮਨਸ਼ਾ ਕੀ ਹੈ। ਜਵਾਬ ਕੀ ਦੇਣਾ ਸੀ? ਉਹਨੇ ਪੁਲਿਸ ਨੂੰ ਵਰਤ ਕੇ ਵਾਟਰ ਕੈਨਨ ਲਾਠੀਚਾਰਜ ਕਰਕੇ ਸਾਡੇ ਵਰਕਰਾਂ ਨੂੰ ਕਾਫੀਆਂ ਨੂੰ ਇੰਜਰ ਕੀਤਾ। ਕਾਂਗਰਸ ਵੱਲੋਂ ਵੀ ਪ੍ਰੋਟੈਸਟ ਕੀਤਾ ਜਾ ਰਿਹਾ ਮਹਿੰਗਾਈ ਦੇ ਖਿਲਾਫ। ਮਹਿੰਗਾਈ ਕਰਨ ਵਾਲੇ ਕੈਪਟਨ ਹੈ। 27% वैट टैक्स लाਉਂਦਾ कैप्टन डीजल के पेट्रोल के 27%। सब तो पहले अपना घटाई। देखिए सबसे बुरी बात यह है कि गिरफ्तार किए लोगों पे वाटर कैनन चलाई गई। गिरफ्तार लोगों पे आज तक कभी भी वाटर कैनन नहीं चलाई जाती। जब गिरफ्तारी कर ले फिर वाटर कैनन का सवाल क्या होता है। और दूसरी जो कांग्रेस का और सेंट्रल सरकार का और पंजाब की सरकार का, ये तीनों का जो नेक्सस है वो भी जग जा हुआ है। ਚਲੋ ਬਹੁਤ ਬਹੁਤ ਧੰਨਵਾਦ ਜੀ। ਬਾਕੀ ਵੇਖਦੇ ਹਾਂ ਅੱਜ ਕੀ ਹੁੰਦਾ ਵਿਧਾਨ ਸਭਾ।